ਜਸ ਪੰਜਾਬੀ ਦੇਖਦੇ ਹੋਏ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੁਹਾਡਾ ਸਵਾਗਤ ਪ੍ਰੋਗਰਾਮ ਅੱਜ ਦਾ ਮੁੱਦਾ ਦੇ ਵਿੱਚ। ਇਸ ਬਹੁਤ ਹੀ ਖਾਸ ਪ੍ਰੋਗਰਾਮ ਦੇ ਵਿੱਚ ਸਾਰਿਆਂ ਦਾ ਸਭ ਤੋਂ ਪਹਿਲੇ ਇੱਕ ਵਾਰੀ ਫਿਰ ਨਿੱਘਾ ਸਵਾਗਤ ਕਰਦੇ ਹਾਂ। ਉਹ ਦਿਨ ਇੱਕ ਵਾਰੀ ਫਿਰ ਇੱਥੇ ਪਹੁੰਚ ਚੁੱਕੇ ਹੈ ਜਿਨ੍ਹਾਂ ਦੇ ਵਿੱਚ ਅਸੀਂ ਵਿਸਾਖੀ ਮਨਾਉਂਦੇ ਹਾਂ। ਪੂਰੇ ਅਪ੍ਰੈਲ ਦੇ ਮਹੀਨੇ ਦੇ ਵਿੱਚ ਥਰੂ ਆਊਟ ਯੂਨਾਈਟਿਡ ਸਟੇਟਸ ਸਿੱਖ ਅਪਰੀਸ਼ੀਏਸ਼ਨ ਅਵੇਅਰਨੈਸ ਅਤੇ ਹਿਸਟਰੀ ਮੰਥ ਮਨਾਇਆ ਜਾ ਰਿਹਾ ਹੈ। ਬਟ ਸਾਡੇ ਲਈ ਇੱਥੇ ਨਿਊਯਾਰਕ ਦੇ ਵਿੱਚ ਇੱਕ ਤੁਸੀਂ ਕਹਿ ਲਓ ਸਿੰਬਲ ਆਫ ਪ੍ਰਾਈਡ ਹੈ। ਮਾਣ ਮਹਿਸੂਸ ਹੁੰਦਾ ਹੈ ਸੋਚ ਕੇ ਕਿ ਕਿਸ ਤਰ੍ਹਾਂ ਇੱਥੇ ਨਿਊਯਾਰਕ ਦੇ ਵਿੱਚ ਵਸਦੀ ਹੋਈ ਸਾਡੀ ਪੰਜਾਬੀ ਕਮਿਊਨਿਟੀ ਕਿੰਨੀ ਪੁਰਾਣੀ ਹੈ। ਐਂਡ ਉਸ ਕਮਿਊਨਿਟੀ ਦੇ ਵਿੱਚ ਉਸ ਪੰਜਾਬ ਦੇ ਗੜ੍ਹ ਦੇ ਵਿੱਚ ਜੋ ਕਿ ਇੱਥੇ ਨਿਊਯਾਰਕ ਸਿਟੀ ਦੇ ਵਿੱਚ ਬਣਿਆ ਹੋਇਆ ਗੁਰਦੁਆਰਾ ਸਾਹਿਬ 118 ਸਿੱਖ ਕਲਚਰਲ ਸੁਸਾਇਟੀ ਦਾ ਨਾਂ ਕੌਣ ਨਹੀਂ ਜਾਣਦਾ। ਇਨਫੈਕਟ ਅੱਜ ਦੇ ਪ੍ਰੋਗਰਾਮ ਨੂੰ ਸ਼ੁਰੂ ਕਰਨ ਲਈ ਮੈਂ ਇੱਕ ਬਹੁਤ ਸਪੈਸ਼ਲ ਆਰਟੀਕਲ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੁੰਦੀ ਹਾਂ। ਅਸੀਂ ਰਿਸਰਚ ਕਰ ਰਹੇ ਸੀ ਕਿ ਕਿਸ ਤਰ੍ਹਾਂ ਸਿੱਖਾਂ ਨੇ ਆਪ ਦੀ ਪਹਿਚਾਣ ਇਸ ਮੁਲਕ ਦੇ ਵਿੱਚ ਕਿੰਨੇ ਪੁਰਾਣੇ ਸਮੇਂ ਤੋਂ ਬਣਾਈ ਹੋਈ ਹੈ। ਅਕਸਰ ਅਸੀਂ ਸੋਚਦੇ ਹਾਂ ਕੈਲੀਫੋਰਨੀਆ ਦੇ ਵਿੱਚ ਗਦਰੀਆਂ ਬਾਬੇ ਬਾਰੇ, ਬਟ ਇਹ ਤੁਸੀਂ ਜ਼ਰੂਰ ਆਰਟੀਕਲ ਨੂੰ ਥੋੜ੍ਹਾ ਜਿਹਾ ਵੇਖਿਓ। 1974 ਦੇ ਵਿੱਚ ਨਿਊਯਾਰਕ ਟਾਈਮਜ਼ ਨੇ ਇਹ ਆਰਟੀਕਲ ਪ੍ਰਿੰਟ ਕੀਤਾ ਹੈ ਜਿਹਦੇ ਵਿੱਚ ਉਹਨਾਂ ਨੇ ਇਹ ਕਿਹਾ ਹੈ ਕਿ ਸਿੱਖ ਕੌਣ ਹੁੰਦੇ ਹੈ, ਕਿਸ ਤਰ੍ਹਾਂ ਉਸ ਵੇਲੇ 505th ਗੁਰੂ ਨਾਨਕ ਦੇਵ ਜੀ ਦਾ ਬਰਥਡੇ ਮਨਾਉਣ ਲਈ ਪਰੇਡ ਕੱਢੀ ਗਈ। ਅਤੇ ਇਸ ਆਰਟੀਕਲ ਦੇ ਵਿੱਚ ਜੋ ਪੁਰਾਣੀ ਤਸਵੀਰਾਂ ਤੁਸੀਂ ਵੇਖ ਰਹੇ ਹੋ ਗੁਰਦੁਆਰਾ ਸਾਹਿਬ ਸਿੱਖ ਕਲਚਰਲ ਸੁਸਾਇਟੀ ਤੋਂ ਲਿੱਤੀਆਂ ਗਈਆਂ। ਗੁਰਦੁਆਰਾ ਸਾਹਿਬ ਸ਼ਾਇਦ 1-2 ਸਾਲ ਉਸ ਵੇਲੇ ਖੁੱਲ੍ਹਿਆ ਹੋਇਆ। ਇਸ ਆਰਟੀਕਲ ਦੇ ਵਿੱਚ ਇਹ ਵੀ ਲਿਖਿਆ ਹੋਇਆ ਕਿਸ ਤਰ੍ਹਾਂ ਸਿੱਖਾਂ ਨੇ ਜਿਨ੍ਹਾਂ ਦੀ ਗਿਣਤੀ ਥੋੜ੍ਹੀ ਜਿਹੀ ਹੈਗੀ ਇਕੱਠੇ ਰਲ ਕੇ ਇੱਕ ਚਰਚ ਖਰੀਦਿਆ। ਐਂਡ ਕਿਸ ਤਰ੍ਹਾਂ ਹੁਣ ਉਹ ਇਕੱਠੇ ਉੱਥੇ ਹੋ ਕੇ ਦਸਤਾਰ ਸਜਾ ਕੇ ਚੁੰਨੀਆਂ ਲੈ ਕੇ ਆਪ ਦੇ ਤਿਉਹਾਰ ਮਨਾਉਂਦੇ, ਆਪ ਦੀ ਸਿੱਖੀ ਮਨਾਉਂਦੇ ਹੈ। ਸੋ ਇਸ ਆਰਟੀਕਲ ਦੇ ਨਾਲ ਸਿੱਖ ਕਲਚਰਲ ਸੁਸਾਇਟੀ ਦੇ ਨਾਲ ਨਿਊਯਾਰਕ ਸਿਟੀ ਦੇ ਨਾਲ ਜਦੋਂ ਅਸੀਂ ਸੋਚਦੇ ਹਾਂ ਕਿ ਸਿੱਖਾਂ ਦਾ ਕੀ ਰਿਸ਼ਤਾ ਹੈ ਤੇ ਇੱਕ ਦਿਨ ਅੱਗੇ ਆਉਂਦਾ ਹੈ ਹਰ ਅਪ੍ਰੈਲ ਦਾ ਲਾਸਟ ਸੈਟਰਡੇ ਅਖੀਰਲਾ ਸ਼ਨੀਵਾਰ ਜਿਹਦੇ ਵਿੱਚ ਨਿਊਯਾਰਕ ਸਿਟੀ ਦੁਨੀਆ ਦੀ ਕੈਪੀਟਲ ਦੇ ਵਿੱਚ ਸਿੱਖ ਆਪ ਦੀ ਪਰੇਡ ਕੱਢਦੇ ਹੈ। ਤੇ ਸਾਡੇ ਨਾਲ ਹੁਣ ਜੁੜੇ ਹਨ ਗੁਰਦੁਆਰਾ ਸਾਹਿਬ ਸਿੱਖ ਕਲਚਰਲ ਸੁਸਾਇਟੀ ਦੀ ਮੈਨੇਜਮੈਂਟ ਟੀਮ। ਪੂਰੀ ਟੀਮ ਇੱਥੇ ਪਹੁੰਚੀ ਹੈ। ਉਹਨਾਂ ਦੇ ਨਾਲ ਵਾਰੀ ਸਾਰਿਆਂ ਦੇ ਨਾਲ ਤੁਹਾਡੀ ਗੱਲ ਕਰਾਵਾਂਗੇ। ਸੋ ਜੋ ਪਹਿਲੇ ਸਾਡੇ ਨਾਲ ਗੈਸਟ ਜੁੜੇ ਹਨ ਗੱਜ ਕੇ ਫਤਿਹ ਬੁਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲੇ ਸਾਰਿਆਂ ਨੂੰ ਇੱਕ ਵਾਰੀ ਫਿਰ ਪ੍ਰੋਗਰਾਮ ਦੇ ਵਿੱਚ ਸਾਡੇ ਸਟੂਡੀਓ ਦੇ ਵਿੱਚ ਅਸੀਂ ਤੁਹਾਨੂੰ ਸਵਾਗਤ ਕਰਦੇ ਹਾਂ। ਕਿੰਨੀ ਐਕਸਾਈਟਮੈਂਟ ਹੋ ਰਹੀ ਹੈ। ਇੱਕ ਵਾਰੀ ਫਿਰ ਅਸੀਂ ਸਿੱਖ ਡੇ ਪਰੇਡ ਨੂੰ ਲੈ ਕੇ ਲੋਕਾਂ ਤੱਕ ਜਾਣਕਾਰੀ ਪਹੁੰਚਾ ਰਹੇ ਹਾਂ ਜੋ ਸਾਡੇ ਲੋਕਲ ਟਰਾਈ ਸਟੇਟ ਏਰੀਆ ਦੇ ਵਿੱਚ ਵਸਦੇ ਹੋਏ ਦਰਸ਼ਕ ਹਨ। ਜ਼ਰੂਰ ਪਹੁੰਚੋ। ਸਭ ਤੋਂ ਪਹਿਲੇ ਤਾਂ ਮੈਂ ਇਹ ਉਪਰਾਲਾ ਤੁਹਾਨੂੰ ਦੇਣਾ ਚਾਹੁੰਦੀ ਹਾਂ, ਇਸ ਸ਼ਨੀਵਾਰ ਨੂੰ ਪਰੇਡ ਹੋ ਰਹੀ ਹੈ, ਵੱਧ ਚੜ੍ਹ ਕੇ ਪਹੁੰਚੋ। ਫਾਰਮਰ ਪ੍ਰੈਜ਼ੀਡੈਂਟ ਸਾਬਕਾ ਪ੍ਰਧਾਨ ਗੁਰਦੁਆਰਾ ਸਾਹਿਬ ਦੇ ਜਤਿੰਦਰ ਸਿੰਘ ਬੋਪਾ ਰਾਏ ਜੀ ਤੁਸੀਂ ਇੱਥੇ ਅੱਜ ਪਹੁੰਚੋ। ਤੁਹਾਡੇ ਨਾਲ ਸ਼ੁਰੂ ਕਰਦੇ ਹਾਂ। ਬੋਪਾ ਰਾਏ ਜੀ ਇਸ ਵਾਰੀ ਪਰੇਡ ਨੂੰ ਲੈ ਕੇ ਸਭ ਤੋਂ ਪਹਿਲੇ ਤਾਂ ਤੁਸੀਂ ਦਰਸ਼ਕਾਂ ਨੂੰ ਕੀ ਜਾਣਕਾਰੀ ਦੇਣਾ ਚਾਹੋਗੇ? ਜਸ ਪੰਜਾਬੀ ਦੇ ਸਮੁੱਚੇ ਦਰਸ਼ਕਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਮੁੱਚੀਆਂ ਸੰਗਤਾਂ ਨੂੰ ਖਾਲਸਾ ਸਾਜਨਾ ਦਿਵਸ ਦੀਆਂ ਲੱਖ ਵਧਾਈਆਂ ਹੋਣ ਜੀ। ਅਸ਼ਮੀਤਾ ਜੀ ਬੜਾ ਇੰਟਰਸਟਿੰਗ ਆ ਅਤੇ ਬੜਾ ਵਧੀਆ ਮਾਹੌਲ ਆ, ਬੜੀ ਖੁਸ਼ੀ ਆ ਕਿਉਂਕਿ 29 ਅਪ੍ਰੈਲ ਦਿਨ ਸ਼ਨੀਵਾਰ ਨੂੰ ਜੋ ਸਿੱਖ ਡੇ ਪਰੇਡ ਮੈਨਹੈਟਨ ਵਿੱਚ ਨਿਕਲਣ ਜਾ ਰਹੀ ਆ ਉਹਦੇ ਸਬੰਧ ਦੇ ਵਿੱਚ ਮੈਂ ਕਹੂੰਗਾ ਕਿ ਇਹ ਟਰਾਈ ਸਟੇਟ ਨੇ ਈਸਟ ਕੋਸਟ ਦੀਆਂ ਜਿੰਨੀਆਂ ਸੰਗਤਾਂ ਉਹਨਾਂ ਦੇ ਵਿੱਚ ਬੜਾ ਉਤਸ਼ਾਹ ਆ ਕਿਉਂਕਿ ਇਹ ਸਾਰੇ ਪਾਸਿਆਂ ਤੋਂ ਸੰਗਤਾਂ ਜਿਹੜੀਆਂ ਜੁੜਦੀਆਂ ਨੇ। ਈਵਨ ਸਪੈਸ਼ਲ ਵਾਸ਼ਿੰਗਟਨ ਤੋਂ, ਬਾਲਟੀਮੋਰ, ਵਰਜੀਨੀਆ, ਪੈਂਸਿਲਵਾਨੀਆ ਤੋਂ ਸਾਡੀਆਂ ਟਰਾਈ ਸਟੇਟ ਦੀਆਂ ਜਿਹੜੀਆਂ ਸਟੇਟਾਂ ਵਾ ਉਹਨਾਂ ਤੋਂ ਬੱਸਾਂ ਰਾਹੀਂ ਬੜੀ ਸੰਗਤ ਆਉਂਦੀ ਆ। ਇਹ ਮੈਂ ਆਮ ਕਿਹਾ ਕਰਦਾ ਵਾਂ ਕਿ ਸਿੱਖ ਕਲਚਰਲ ਸੁਸਾਇਟੀ ਇੱਕ ਇਤਿਹਾਸਿਕ ਗੁਰਦੁਆਰਾ ਵਾ, ਨਾਟ ਓਨਲੀ ਗੁਰਦੁਆਰਾ ਵਾ, ਇਹ ਇੱਕ ਇਸ ਜਗ੍ਹਾ 'ਤੇ ਪਰਮਾਤਮਾ ਦਾ ਨਾਂ ਜਿਹੜਾ ਵਾ ਪਿਛਲੇ 100 ਸਾਲ ਤੋਂ ਲਿਆ ਜਾ ਰਿਹਾ। ਜਿਸ ਤਰ੍ਹਾਂ ਤੁਸੀਂ ਹੁਣੇ ਅਰਲੀ ਕਿਹਾ ਵਾ ਕਿ ਇੱਥੇ ਪਹਿਲਾਂ ਚਰਚ ਸੀ, ਜਦੋਂ ਚਰਚ ਸੀ ਉਦੋਂ ਵੀ ਇੱਥੇ ਪਰਮਾਤਮਾ ਦਾ ਨਾਂ ਲਿਆ ਜਾਂਦਾ ਸੀ। ਅਤੇ ਜਦੋਂ ਦਾ ਗੁਰਦੁਆਰੇ ਜਿਹੜੀ ਚਰਚ ਆ ਗੁਰਦੁਆਰੇ ਦੇ ਹੋਂਦ 'ਚ ਆਈ ਆ ਉਦੋਂ ਤੋਂ ਲੈ ਕੇ ਇੱਥੇ ਮੇਰੇ ਉਹ ਵੀਰ ਜਿਨ੍ਹਾਂ ਨੇ ਇਹ ਗੁਰਦੁਆਰਾ 1972 ਦੇ ਵਿੱਚ ਸ਼ੁਰੂ ਕੀਤਾ ਸੀ, ਮੈਂ ਪ੍ਰਣਾਮ ਕਰਦਾ ਉਹਨਾਂ ਨੂੰ, ਨਮਸਕਾਰ ਕਰਦਾ ਕਿ ਇਹ ਸ਼ੁਰੂਆਤ ਔਖੀ ਦੀ ਹੈ
ਪਰ ਇਹਨੂੰ ਅੱਗੇ ਤੋਰਨਾ ਬੜਾ ਸੌਖਾ ਹੋ ਜਾਂਦਾ। ਮੈਂ ਉਹਨਾਂ ਵੀਰਾਂ ਨੇ ਜਿਨ੍ਹਾਂ ਉਦੋਂ $62,000 ਦੇ ਵਿੱਚ ਇਹ ਗੁਰਦੁਆਰਾ ਲਿਆ ਸੀ, ਤੇ ਉਹਦੇ ਚੋਂ $50,000 ਇਕੱਲੇ ਇੱਕ ਸਿੰਘ ਨੇ ਦਿੱਤਾ ਸੀ, ਬਾਕੀ ਕਿਸੇ ਨੇ 100 ਪਾਇਆ, ਕਿਸੇ ਨੇ 200 ਪਾਇਆ, ਕਿਸੇ ਨੇ 500 ਪਾਇਆ। ਇਹ ਬੜੀ ਵੱਡੀ ਗੱਲ ਸੀ ਜੀ। ਖੈਰ ਜਦੋਂ ਵੀ ਕਿਤੇ ਗੁਰਦੁਆਰਿਆਂ ਦੀ ਗੱਲ ਹੁੰਦੀ ਹੈ, ਸਾਡੇ ਜਿਹੜੇ ਸਿੰਘ ਨੇ, ਸਿੰਘਣੀਆਂ ਵਾ, ਉਹ ਪਛਾਣ ਨਹੀਂ ਰਹਿੰਦੇ। ਹੁਣ 35ਵੀਂ ਸਿੱਖ ਡੇ ਪਰੇਡ ਜਿਹੜੀ ਆ ਉਹ ਮੈਨਹਾਟਨ ਦੇ ਵਿੱਚ, ਜਿਹੜੀ 39 ਸਟਰੀਟ ਤੋਂ 37, 38, 39 ਸਟਰੀਟ 'ਤੇ ਇਹਦੀ ਅਸੈਂਬਲਿੰਗ ਹੁੰਦੀ ਆ। ਫਿਰ ਮੈਡੀਸਨ ਐਵੀਨਿਊ 'ਤੇ ਥੱਲੇ ਨੂੰ ਆਉਂਦੀ ਆ 24 ਸਟਰੀਟ ਤੱਕ, ਜਿਹੜਾ ਇਹਦੇ ਵਿੱਚ 26 ਸਟਰੀਟ 'ਤੇ ਜਿਹੜਾ ਵਾ ਉਹ ਲੰਗਰ ਲੱਗਦੇ ਆ, 25 ਸਟਰੀਟ 'ਤੇ ਸਟੇਜ ਲੱਗਦੀ ਆ। ਸੋ ਮੈਂ ਸਮੁੱਚੀਆਂ ਸੰਗਤਾਂ ਨੂੰ ਬੇਨਤੀ ਕਰਨੀ ਚਾਹੁੰਦਾ ਵਾਂ ਕਿ ਇਹ ਬੜੀ ਦੇਰ ਬਾਅਦਾ ਹੋਇਆ ਵਾ ਕਿ ਸਮੁੱਚੀਆਂ ਸਿੱਖ ਕਲਚਰ ਦੀਆਂ ਸੰਗਤਾਂ ਜਿਹੜੀਆਂ ਉਹ ਐਰਕਾਂ ਇਕਮੁੱਠ ਹੋਈਆਂ, ਅਤੇ ਸਾਰੇ ਪ੍ਰਬੰਧਕ ਜਿਹੜੇ ਆ ਪਹਿਲੇ ਵਾਲੇ ਅਤੇ ਹੁਣ ਵਾਲੇ ਉਹ ਰਲ ਕੇ ਇਸ ਪਰੇਡ ਨੂੰ ਕੱਢਣ ਜਾ ਰਹੇ ਹਨ। ਅਤੇ ਮੈਂ ਬੇਨਤੀ ਕਰਦਾ ਵਾਂ ਕਿ ਤੁਸੀਂ ਜਿੱਥੇ ਜਿੱਥੇ ਵੀ ਜਸ ਪੰਜਾਬੀ ਦੇ ਮਾਧਿਅਮ ਦੇ ਥਰੂ ਆਵਾਜ਼ ਸੁਣ ਰਹੇ ਜੇ, ਪਲੀਜ਼ ਬੇਨਤੀ ਹੈ ਕਿ ਤੁਸੀਂ 29 ਅਪ੍ਰੈਲ ਦਿਨ ਸ਼ਨੀਵਾਰ ਨੂੰ ਮੈਨਹਾਟਨ ਦੇ ਵਿੱਚ ਨਿਊਯਾਰਕ ਸਿਟੀ, ਜਿਸ ਤਰ੍ਹਾਂ ਤੁਸੀਂ ਕਿਹਾ ਕਿ ਦੁਨੀਆ ਦੀ ਰਾਜਧਾਨੀ ਆ, ਇਹ ਇੱਕ ਵਿਲੱਖਣਤਾ ਵਾ ਨਿਊਯਾਰਕ ਸਿਟੀ ਦੀ, ਇੱਥੇ ਤੁਸੀਂ ਜ਼ਰੂਰ ਆਓ ਤਾਂ ਜੋ ਆਪਾਂ ਸਾਰੇ ਰਲ ਕੇ ਇਹਨਾਂ ਲੋਕਾਂ ਨੂੰ ਦੱਸ ਸਕੀਏ ਵੀ ਸਿੱਖ ਕੌਣ ਨੇ, ਕੀ ਇਹਨਾਂ ਦੇ ਕਾਜ ਨੇ ਅਤੇ ਕੀ ਇਹਨਾਂ ਦੀ ਸੋਚ ਆ। ਜਦੋਂ ਅਸੀਂ ਕੇਸਰੀ ਦੁਪੱਟੇ ਅਤੇ ਕੇਸਰੀ ਦਸਤਾਰਾਂ ਸਜਾ ਕੇ ਮੈਨਹਾਟਨ ਦੀਆਂ ਗਲੀਆਂ ਵਿੱਚ ਘੁੰਮਾਂਗੇ ਅਤੇ ਇੱਕ ਮੈਨਹਾਟਨ ਦਾ ਵੱਖਰਾ ਰੰਗ ਹੋਵੇਗਾ। ਮੈਂ ਫਿਰ ਦੱਸਣਾ ਚਾਹੁੰਦਾ ਕਿ ਟੋਟਲ ਜਿਹੜੀਆਂ ਤਿਆਰੀਆਂ ਵਾ ਉਹ ਕੰਪਲੀਟ ਹੋ ਚੁੱਕੀਆਂ। ਜਦੋਂ ਪਰੇਡ ਦਾ ਪ੍ਰੋਗਰਾਮ ਸ਼ੁਰੂ ਹੁੰਦਾ ਵਾ ਅਤੇ ਤਕਰੀਬਨ ਇਹਦੇ ਪਰਮਿਟ ਜਿਹੜੇ ਆ ਸਾਰੇ ਪਹਿਲੋਂ ਫਾਈਲ ਕਰਨੇ ਪੈਂਦੇ ਆ। ਸੋ ਜਿਸ ਤਰ੍ਹਾਂ ਅਗਲੇ ਸਾਲ ਜਾ ਕੇ ਪਰੇਡ ਹੋਣੀ ਆ, ਉਹਦੇ 31 ਦਸੰਬਰ ਤੱਕ ਜਿਹੜੇ ਸਾਰੇ ਪਰਮਿਟ ਜਿਹੜੇ ਆ ਕਲੀਅਰ ਹੋਣੇ ਚਾਹੀਦੇ ਆ, ਅਪਲਾਈ ਹੋਣੇ ਚਾਹੀਦੇ ਆ ਜੀ। ਸੋ ਜਿੰਨੇ ਵੀ ਪਰਮਿਟ ਆ ਜਾਂ ਜਿੰਨੇ ਵੀ ਸਾਡੇ ਇਲੈਕਟਡ ਆਫੀਸ਼ੀਅਲ ਆਉਣੇ ਆ, ਉਹ ਸਾਰੇ ਜਿਹੜੇ ਆ ਜਿਨ੍ਹਾਂ ਨੂੰ ਇਨਵੀਟੇਸ਼ਨ ਅਸੀਂ ਭੇਜੇ ਉਹ ਆ ਰਹੇ ਨੇ, ਉਹਨਾਂ ਦਾ ਮਾਨ ਸਨਮਾਨ ਵੀ ਕੀਤਾ ਜਾਊਗਾ। ਉਹ ਸਾਡੇ ਨਾਲ ਕੁਝ ਪਰੇਡ ਦੇ ਵਿੱਚ ਮਾਰਚ ਕਰਨਗੇ, ਕੁਝ ਸਟੇਜ 'ਤੇ ਆਉਣਗੇ, ਜਿੱਦਾਂ ਸਾਡੇ ਮਾਨਯੋਗ ਮੇਅਰ ਆ ਰਹੇ ਨੇ, ਗਵਰਨਰ ਆ ਰਹੇ ਨੇ, ਚੱਕ ਸ਼ੂਮਰ ਆ ਰਿਹਾ ਵਾ, ਹੋਰ ਸਾਡੇ ਸਟੇਟ ਅਸੈਂਬਲੀ ਆ ਰਹੇ ਨੇ, ਕੌਂਸਲਰ ਆ ਰਹੇ ਨੇ, ਉਹਨਾਂ ਸਾਰਿਆਂ ਦਾ ਜਿਹੜਾ ਮਾਨ ਸਨਮਾਨ ਕੀਤਾ ਜਾਊਗਾ। ਮੁਕੰਮਲ ਤਿਆਰੀਆਂ ਵਾ, ਸਿਰਫ ਲੋੜ ਹੈ ਅਤੇ ਸੰਗਤਾਂ ਦੀ, ਤੁਹਾਡੇ ਪਿਆਰ ਦੀ, ਤਾਂ ਜੋ ਤੁਸੀਂ ਇਹਨਾਂ ਸਾਰੇ ਭਰਾਵਾਂ ਨੂੰ, ਭੈਣ ਭਰਾਵਾਂ ਨੂੰ ਆ ਕੇ ਹੌਸਲਾ ਦਿਓ ਕਿ ਕਿਸ ਤਰ੍ਹਾਂ ਇਹ 1 ਸਾਲ ਲੱਗ ਜਾਂਦਾ ਪੂਰੀਆਂ ਤਿਆਰੀਆਂ ਕਰਦਿਆਂ ਨੂੰ। ਸੋ ਸਾਨੂੰ ਬਹੁਤ ਆਸ ਹੈ ਕਿ ਤੁਸੀਂ ਬਹੁਤ ਭਰਵਾਂ ਹੁੰਗਾਰਾ ਦਿਓਗੇ ਅਤੇ ਇਹ ਦੇਖੋਗੇ ਕਿ ਕਿਸ ਤਰ੍ਹਾਂ ਇਹ ਸਾਰੇ ਰਲ ਕੇ ਇਸ ਕੰਮ ਨੂੰ ਨੇਪਰੇ ਚਾੜ ਰਹੇ ਨੇ ਜੀ। ਬਲਾਕਰ ਸਿੰਘ ਜੀ, ਮੈਂ ਚਾਹਾਂਗੀ ਤੁਸੀਂ ਥੋੜ੍ਹਾ ਜਿਹਾ ਦਰਸ਼ਕਾਂ ਨੂੰ ਇਹ ਵੀ ਦੱਸੋ ਕਿ ਇਸ ਪਰੇਡ ਦੇ ਵਿੱਚ ਕੀ ਕੁਛ ਵੱਖ-ਵੱਖ ਜਥੇਬੰਦੀਆਂ ਕਿਸ ਮਾਹੌਲ ਦੇ ਵਿੱਚ ਸ਼ਾਮਿਲ ਹੁੰਦੀਆਂ, ਕੀ ਵੱਖਰੇ ਸਿੱਖੀ ਦੇ ਰੂਪ ਸਾਨੂੰ ਵੇਖਣ ਨੂੰ ਮਿਲਦੇ, ਅਤੇ ਹੋਰ ਕੋਈ ਵੀ ਮੈਸੇਜ ਤੁਸੀਂ ਦਰਸ਼ਕਾਂ ਲਈ ਅੱਜ ਸ਼ੇਅਰ ਕਰਨਾ ਚਾਹੁੰਦੇ ਹੋ? ਜਸ ਪੰਜਾਬੀ ਦੇ ਸਮੂਹ ਦਰਸ਼ਕਾਂ ਅਤੇ ਗੁਰੂ ਨਾਨਕ ਲੇਵਾ ਸੰਗਤਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਤੇ ਸਮੂਹ ਸੰਗਤਾਂ ਨੂੰ ਵਿਸਾਖੀ ਅਤੇ ਖਾਲਸਾ ਸਾਜਨਾ ਦਿਵਸ ਦੀਆਂ ਲੱਖ ਲੱਖ ਵਧਾਈਆਂ ਜੀ। ਇਹ ਜਿਹੜੀ 35ਵੀਂ ਸੈਕੜੇ ਪਰੇਡ ਹੈ, ਇਹ 1984 ਤੋਂ ਬਾਅਦ ਕੱਢੀ ਜਾ ਰਹੀ ਹੈ। ਜਦੋਂ ਸ੍ਰੀ ਦਰਬਾਰ ਸਾਹਿਬ 'ਤੇ ਅਟੈਕ ਹੋਇਆ ਸੀ 1988 ਦੇ ਵਿੱਚ ਸ਼ੁਰੂ ਹੋਈ ਸੀ। ਐਤਕੀ 35ਵੀਂ ਸੈਕੜੇ ਪਰੇਡ ਹੈ। ਇਹ ਉਸ ਸਮੇਂ ਦੇ ਸਮੂਹ ਸਿੰਘਾਂ ਨੂੰ, ਸ਼ਹੀਦ ਸਿੰਘਾਂ ਨੂੰ ਸਮਰਪਿਤ ਹੈ। ਉਸ ਸਮੇਂ ਦੇ ਸਾਡੇ ਬਾਹਰ ਸਿੱਖ ਜਿਹੜੇ ਸਾਡੇ ਤੋਂ ਪਹਿਲਾਂ ਵੀਰ ਆਏ ਸੀ, ਉਹਨਾਂ ਨੇ ਸ਼ੁਰੂ ਕੀਤੀ ਸੀ ਵੀ ਸਿੱਖ ਇੱਕ ਵੱਖਰੀ ਕੌਮ ਆ, ਅਸੀਂ ਵੱਖਰੇ ਹਾਂ। ਖਾਲਸਾ ਅਕਾਲ ਪੁਰਖ ਕੀ ਫੌਜ, ਪ੍ਰਗਟਿਓ ਖਾਲਸਾ ਪਰਮਾਤਮਾ ਕੀ ਮੌਜ। ਸਾਡਾ ਗੁਰੂ ਗ੍ਰੰਥ, ਪੰਥ ਔਰ ਸਾਡੀ ਬੋਲੀ ਵੱਖਰੀ ਆ। ਇਸ ਵਿਸ਼ੇ 'ਤੇ ਅਮਰੀਕਾ ਦੇ ਵਿੱਚ ਇੱਕ ਸਿੱਖ ਨੇ, ਜਿਨ੍ਹਾਂ ਦਾ ਆਪਣਾ ਦੇਸ਼ ਨਹੀਂ ਸਾਰੇ ਦੇਸ਼ ਆਪਣੀਆਂ ਪਰੇਡਾਂ ਕੱਢਦੇ ਨੇ, ਪਰ ਸਿੱਖ ਸਾਡੇ 'ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਕਿਰਪਾ ਸੀ। ਪਰੇਡ ਨਿਊਯਾਰਕ ਦੀ ਧਰਤੀ ਮੈਨਹਾਟਨ ਵਿਖੇ, ਜਿਹਨੂੰ ਦੁਨੀਆ ਦੀ ਰਾਜਧਾਨੀ ਕਿਹਾ ਜਾਂਦਾ, ਉੱਥੇ ਆਪਾਂ ਪਰੇਡ ਕੱਢਦੇ ਹਾਂ। ਇਸ ਸਮੇਂ ਇਸ ਪਰੇਡ ਦੇ ਵਿੱਚ ਸਾਡੇ ਕੋਲ ਵਿਸ਼ੇਸ਼ ਬਾਬਾ ਅਵਤਾਰ ਸਿੰਘ ਜੀ ਸੁਰ ਸਿੰਘ ਵਾਲੇ ਵਿਧੀ ਚੰਦੀਏ, ਉਹ ਫੌਜਾਂ ਸਮੇਤ ਪਹੁੰਚੇ ਨੇ ਸਿੰਘ। ਉਹ ਵੀ
ਜੀ ਮਾਰਚ ਕਰਨਗੇ ਇਸ ਦੇ ਵਿੱਚ। ਜੀ ਬਾਕੀ ਸਾਰੇ ਗੁਰੂ ਘਰਾਂ ਦੇ ਵਿੱਚ ਹੁਣ ਵੀ ਪ੍ਰੋਗਰਾਮ ਚੱਲਦੇ ਨੇ ਉਹਨਾਂ ਦੇ, ਜੀ ਵਿਸ਼ੇਸ਼ ਉਹ ਨੇ। ਬਾਕੀ ਗੁਰੂ ਗ੍ਰੰਥ ਸਾਹਿਬ ਦਾ ਸਭ ਤੋਂ ਪਹਿਲਾਂ ਅਗਵਾਈ ਕਰਨਗੇ, ਉਹਨਾਂ ਨਾਲ 5 ਪਿਆਰੇ 5 ਨਿਸ਼ਾਨਚੀ, ਪਿੱਛੇ ਸਾਰੀਆਂ ਜਿਵੇਂ ਕਿ ਜਥੇਬੰਦੀਆਂ ਨੇ ਜੀ ਅੱਡ ਅੱਡ ਤੇ ਆਪਦਾ ਪ੍ਰੋਗਰਾਮ ਕਰਦੀਆਂ ਨੇ, ਸਾਰੀਆਂ ਉਹੀ ਸਮੂਹ ਦੇਣਗੇ। ਸਮੂਹ ਗੁਰਦੁਆਰੇ ਜੀ ਟਰਾਈ ਸਟੇਟ ਦੇ ਹਰ ਇੱਕ ਜਥੇਬੰਦੀ ਨੂੰ ਪੂਰੇ ਸਤਿਕਾਰ ਦੇ ਨਾਲ ਸਾਰੇ ਇਕੱਠੇ ਵੱਧ ਚੜ੍ਹ ਕੇ ਹਿੱਸਾ ਲੈਂਦੇ ਆ। ਜੀ ਇਹ ਇੱਕ ਉਹ ਪਰੇਡ ਆ ਜਿਹਦੇ ਵਿੱਚ ਸਾਰੇ ਸਿੱਖ ਬੜੀ ਹੀ ਚੜ੍ਹਦੀ ਕਲਾ ਨਾਲ ਜੀ ਆਉਂਦੇ ਨੇ। ਜੀ ਇਹ ਬੇਨਤੀ ਕਰਦੇ ਆ, ਇਹ ਜਿਹੜੀ ਪਰੇਡ ਹੈ ਇਹਦੇ ਵਿੱਚ ਸਪੈਸ਼ਲ ਇਹ ਆ ਵੀ ਸਾਰੇ ਸਾਡੀਆਂ ਜਿਹੜੇ ਬੀਬੀਆਂ ਭੈਣਾਂ ਉਹ ਚੰਗੀ ਤਰ੍ਹਾਂ ਆਪਣਾ ਜਿਹੜਾ ਕੇਸਰੀ ਰੰਗ ਦੇ ਵਿੱਚ ਆਪਣੀਆਂ ਚੁੰਨੀਆਂ ਜੀ ਦੁਪੱਟੇ ਚੰਗੀ ਤਰ੍ਹਾਂ ਸਿਰ ਕੱਜ ਕੇ ਜੀ ਜੀ ਇਹ ਪਰੇਡ ਦੇ ਵਿੱਚ ਚੱਲਣਾ ਹੈ। ਜੀ ਜਿਵੇਂ ਮੈਂ ਕਿਹਾ ਕਿ ਖਾਲਸਾ ਕਾਲਕਰੀ ਫੌਜ ਆ, ਕਦੇ ਤੁਸੀਂ ਪਰੇਡਾਂ ਦੇਖੋ, ਉਹ ਪਰੇਡ ਜਾਂਦੀ ਮਾਰਚ ਕਰਦੇ ਆ, ਮਾਰਚ ਕਰਦੇ ਆ। ਜੀ ਜਿਹੜੇ ਸਿੰਘ ਨੇ ਵੀਰ ਨੇ ਉਹ ਵੀ ਕੇਸਰੀ ਦਸਤਾਰਾਂ ਸਜਾ ਕੇ ਸੋਹਣੇ ਸਜ ਕੇ ਅਸੀਂ ਪਰੇਡ ਦੇ ਵਿੱਚ ਸ਼ਾਮਲ ਹੋਈਏ, ਜੀ ਲੋਕ ਸਾਨੂੰ ਦੇਖਣ। ਜੀ ਅਸੀਂ ਹਮੇਸ਼ਾ ਹੀ ਇਹ ਬੇਨਤੀ ਕਰਦੇ ਹੁੰਦੇ ਹਾਂ। ਪਰ ਫਿਰ ਐਤਕੀ ਇਹ ਆ ਵੀ ਕਿਸੇ ਵੀ ਪਰੇਡ ਜਾਓ ਸਿੱਖਾਂ ਦੀ ਕਿਤੇ ਵੀ ਹੋਵੇ, ਉਹਦੇ ਵਿੱਚ ਅਸੀਂ ਵਧੀਆ ਸਜ-ਵਜ ਕੇ ਪਤਾ ਲੱਗੇ ਵੀ ਖਾਲਸਾ ਜਾ ਰਿਹਾ, ਸਿੰਘ ਜਾ ਰਹੇ ਨੇ, ਸਿੰਘਣੀਆਂ ਨੇ, ਇੱਕ ਵੱਖਰੀ ਕੌਮ ਆ, ਕਿਸ ਤਰ੍ਹਾਂ ਦਾ ਇਹਨਾਂ ਦਾ ਪਹਿਰਾਵਾ, ਤਾਂ ਅਸੀਂ ਲੋਕਾਂ ਨੂੰ ਦੱਸ ਸਕੀਏ। ਜੀ ਫਿਰ ਹੀ ਅਸੀਂ ਦੱਸ ਆਪਦਾ ਸਕੀਏ ਤੇ ਦਿਖਾ ਸਕੀਏ ਕਿ ਸਿੰਘ ਕੌਣ ਹੁੰਦੇ ਆ, ਕਿਸ ਤਰ੍ਹਾਂ ਅਸੀਂ ਆਪ ਦੀ ਵਿਰਾਸਤ ਨੂੰ ਹਲੇ ਵੀ ਸਾਂਭਿਆ ਹੋਇਆ ਤੇ ਸਾਡੀ ਅਗਲੀ ਪੀੜ੍ਹੀ ਜੁੜ ਰਹੀ ਹੈ। ਜਦੋਂ ਬੱਚੇ ਨਿੱਕੇ ਨਿੱਕੇ ਬੱਚੇ ਗੱਤਕਾ ਕਰਦੇ ਆ, ਕੀਰਤਨ ਕਰਦੇ ਆ, ਪਰੇਡ ਦੇ ਵਿੱਚ ਸ਼ਾਮਿਲ ਹੁੰਦੇ, ਦੁਨੀਆ ਵੇਖਦੀ ਹੈ। ਜਗੀਰ ਸਿੰਘ ਜੀ, ਮੈਂ ਤੁਹਾਡੇ ਤੋਂ ਵੀ ਕੁਝ ਲਫ਼ਜ਼ ਸੁਣਨਾ ਚਾਹਾਂਗੀ। ਸਾਡੇ ਦਰਸ਼ਕਾਂ ਲਈ ਤੁਸੀਂ ਕੀ ਕਹਿਣਾ ਚਾਹੋਗੇ? ਮੇਰੀ ਬੇਨਤੀ ਤੇ ਇਹ ਹੋਈ ਹੈ ਵੀ ਵਾਹਿਗੁਰੂ ਕਿਰਪਾ ਕਰੇ, ਇਹ ਜਿਹੜੀ ਸਿੱਖਾਂ ਦੀ ਪਰੇਡ ਹੈ ਐਸੇ ਕੌਮ ਦਾ ਇੱਕ ਨਿਸ਼ਾਨ ਹੈ। ਜਦੋਂ ਅਸੀਂ ਪੱਗਾਂ ਦਸਤਾਰਾਂ ਸਜਾ ਕੇ ਕੇਸਰੀ ਪੱਗਾਂ ਕੇਸਰੀ ਦੁਪੱਟੇ ਲੈ ਕੇ ਸਾਡੀਆਂ ਧੀਆਂ ਭੈਣਾਂ ਸਾਡੇ ਨੌਜਵਾਨ ਸੱਜਣ ਮਨਹਾਟਨ ਦੀਆਂ ਸ਼ਹਿਰਾਂ ਵਿੱਚੋਂ ਲੰਘਾਂਗੇ, ਇੱਕ ਵੱਖਰਾ ਹੀ ਰੰਗ ਹੋਏਗਾ, ਵੱਖਰਾ ਰੰਗ ਹੋਏਗਾ। ਬਾਕੀ ਜਿਹੜੀ ਸਿੱਖ ਕਲਚਰ ਸੁਸਾਇਟੀ ਹੈ ਉਹਨੇ ਸਾਰਿਆਂ ਸੁਸਾਇਟੀਆਂ ਨੂੰ, ਸਾਰੇ ਗੁਰੂ ਘਰਾਂ ਦੀਆਂ ਪ੍ਰਬੰਧਕ ਕਮੇਟੀਆਂ ਨੂੰ ਇਹ ਨਾਲ ਲੈ ਕੇ ਚੱਲਦੀ ਹੈ। ਜੀ ਇਹ ਇੱਕ ਬੜੀ ਵੱਡੀ ਗੱਲ ਹੈ। ਬਿਲਕੁਲ ਇਹ ਇੱਕ ਬੜੀ ਵੱਡੀ ਗੱਲ ਹੈ। ਜੋ ਇਹਨਾਂ ਨੇ ਐਤਕੀ ਜੋ ਸਬੂਤ ਦਿੱਤਾ, ਹੋਏ ਇਕੱਤਰ ਮਿਲੋ ਮੇਰੇ ਭਾਈ, ਦੁਬਦਾ ਦੂਬ ਕਰੋ ਲਿਵਲਾਈ, ਹਰ ਨਾਮੇ ਕੇ ਹੋਵੋ ਜੋੜੀ, ਗੁਰਮੁਖ ਬੈਠੋ ਸਬਾਬ ਸਾਈ। ਬਿਲਕੁਲ ਬੇਨਤੀ ਇਹ ਹੈਗੀ, ਸਾਡੇ ਜੋ ਲੀਡਰ ਸਰਦਾਰ ਹਰਬੰਸ ਸਿੰਘ ਜੀ ਢਿੱਲੋਂ, ਸਰਦਾਰ ਗੁਰਦੇਵ ਸਿੰਘ ਜੀ ਕੰਗ, ਜੋ ਇਹਨਾਂ ਦੀ ਸੋਚ ਨੇ ਐਤਕੀ ਪਹਿਰਾ ਦਿੱਤਾ, ਇਹ ਦੋਵੇਂ ਸੁਸਾਇਟੀਆਂ ਜਿਹੜੀਆਂ ਉਹ ਵਧਾਈ ਦੀਆਂ ਪਾਤਰ ਨੇ। ਅਮਰੀਕ ਸਿੰਘ ਜੀ ਪੇਵਾ ਜੀ, ਤੁਸੀਂ ਸਾਡੇ ਨਾਲ ਹੁਣ ਜੁੜੇ ਹੋ। ਸਭ ਤੋਂ ਪਹਿਲੇ ਤਾਂ ਜਿਸ ਤਰ੍ਹਾਂ ਬੋਪਾ ਰਾਏ ਜੀ, ਬਲਾਕਾ ਸਿੰਘ ਜੀ, ਜਗੀਰ ਸਿੰਘ ਜੀ ਵੀ ਕਹਿ ਕੇ ਗਏ ਹੈ, ਸਭ ਤੋਂ ਵੱਡਾ ਅੱਜ ਸਾਡਾ ਉਪਰਾਲਾ ਦਰਸ਼ਕਾਂ ਦੇ ਨਾਲ ਇਹੀ ਹੈਗਾ ਕਿ ਵੱਧ ਚੜ੍ਹ ਕੇ ਤੁਸੀਂ ਪਹੁੰਚਣਾ ਹੈ। ਸ਼ਨੀਵਾਰ ਦੇ ਦਿਨ ਅਪ੍ਰੈਲ 29 ਪਰੇਡ ਨਿਊਯਾਰਕ ਸਿਟੀ ਦੇ ਵਿੱਚ ਕੱਢੀ ਜਾ ਰਹੀ ਹੈ। ਤੁਸੀਂ ਕੀ ਕਹਿਣਾ ਚਾਹੋਗੇ ਅਮਰੀਕ ਸਿੰਘ ਜੀ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਤਾਂ ਮੈਂ ਅੱਜ ਸਿੱਖ ਕਲਚਰ ਸੁਸਾਇਟੀ ਜੋ ਕਿ ਸਾਡੀ ਟਰਾਈ ਸਟੇਟ ਦੀ ਮਾਂ ਹੁੰਦੀ ਹੈ, ਉਹਨਾਂ ਸਾਰੇ ਮੈਂਬਰਾਂ ਨੂੰ ਵਧਾਈ ਦੇਣਾ ਆ, ਜਿਹੜਾ ਕਿ ਇੱਕ ਮੰਚ ਦੇ ਉੱਤੇ ਆਉਣ ਕੇ ਸਾਰੀਆਂ ਸੁਸਾਇਟੀਆਂ ਇਕੱਠੀਆਂ ਕਰਕੇ ਨਾਲ ਲੈ ਕੇ ਤੁਰਦੇ ਨੇ। ਇਹ ਬਹੁਤ ਵਧਾਈ ਦੇ ਪਾਤਰ ਨੇ। ਦੂਸਰਾ, ਉਹਦੇ ਵਿੱਚ ਕੋਈ ਵੀ ਸੁਸਾਇਟੀ, ਕੋਈ ਸੰਸਥਾ, ਕੋਈ ਵੀ ਜਿਹੜੀ ਵੀ ਕੋਈ ਕਿਸੇ ਵੀ ਟਰਾਈ ਸਟੇਟ ਤੋਂ ਬਾਹਰ ਵੀ ਜਿਹੜੇ ਲੋਕ ਨੇ, ਵਾਸ਼ਿੰਗਟਨ ਤੱਕ ਲੋਕ ਨੇ, ਇਸ ਪਰੇਡ ਦੇ ਵਿੱਚ ਸਾਥ ਦਿੰਦੇ ਨੇ। ਦੂਸਰਾ, ਮੈਂ ਵਧਾਈ ਦੇਣਾ ਆ ਆਪਣਾ ਜਿਹੜਾ ਸਾਡਾ ਸਿੱਖ ਡੇ ਪਰੇਡ ਆ, ਉਹਦੇ ਵਿੱਚ ਸਾਰੀਆਂ ਸੁਸਾਇਟੀਆਂ ਤੇ ਸਾਰੀਆਂ ਇੱਕ ਜਿਹੜੇ ਆ ਝੰਡੇ ਦੇ ਥੱਲੇ ਆਈਆਂ ਨੇ। ਮੈਂ ਸੰਤ ਬਾਬਾ ਪ੍ਰੇਮ ਸਿੰਘ ਸਿੱਖ ਕਲਚਰ ਸੁਸਾਇਟੀ ਵੱਲੋਂ ਇਹਨਾਂ ਨੂੰ ਦੋਵੇਂ ਪਾਰਟੀਆਂ ਨੂੰ ਪੂਰਾ ਭਰੋਸਾ ਦੇਣਾ ਆ ਕਿ ਅਸੀਂ ਜਿਸ ਤਰ੍ਹਾਂ ਦਾ ਕੰਮ ਸਾਨੂੰ ਸੌਂਪਣਗੇ ਅਸੀਂ ਬਿਲਕੁਲ ਉਹਨਾਂ ਦੇ ਨਾਲ ਹੋਵਾਂਗੇ। ਬਾਕੀ ਸੰਗਤ ਨੂੰ ਬੜੀ ਪ੍ਰਯੋਗ ਜਿਹੜੀ ਆ ਉਹ ਤਕੀਦ ਹੈ ਕਿ ਪਲੀਜ਼ ਸਾਰੇ ਆਓ, ਕੇਸਰੀ ਪੱਗਾਂ ਬੰਨ੍ਹ ਕੇ, ਸਾਡੀਆਂ ਭੈਣਾਂ, ਸਾਡੀਆਂ ਧੀਆਂ, ਸਾਡੀਆਂ ਮਾਤਾਵਾਂ ਵੀ ਕੇਸਰੀ ਦੁਪੱਟੇ ਲੈ ਕੇ ਤੇ ਉੱਥੇ ਪਹੁੰਚੋ, ਤਾਂ ਕਿ ਨਿਊਯਾਰਕ ਦੀ ਸਟਰੀਟਾਂ 'ਤੇ ਪਤਾ ਲੱਗੇ
ਕਿ ਕੋਈ ਸਿੱਖ ਕੌਮ ਜਾ ਰਹੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਮਰੀਕ ਸਿੰਘ ਜੀ, ਤੁਸੀਂ ਇਹ ਇੱਕ ਵਾਰੀ ਫਿਰ ਲੋਕਾਂ ਨੂੰ ਇਨਕਰੇਜ ਕੀਤਾ ਹੈ। ਮੈਂ ਇੱਥੇ ਇੱਕ ਚੀਜ਼ ਦੱਸਣਾ ਚਾਹੁੰਦੀ ਹਾਂ, ਜਦੋਂ ਪਰੇਡ ਹਰ ਸਾਲ ਅਸੀਂ ਕਵਰ ਕਰਦੇ ਹਾਂ, ਐਤਕੀ ਵੀ ਜਸ ਪੰਜਾਬੀ ਤੁਹਾਨੂੰ ਪੂਰੀ ਪਰੇਡ ਸਵੇਰ ਤੋਂ ਲੈ ਕੇ ਸ਼ਾਮ ਤੱਕ ਅਸੀਂ ਲਾਈਵ ਦਿਖਾਵਾਂਗੇ। ਬਟ ਜਦੋਂ ਪਰੇਡ ਮੁੱਕ ਜਾਂਦੀ ਹੈ ਸ਼ਾਮ ਦੇ ਵੇਲੇ, ਤੁਸੀਂ ਤੁਰੋ ਸਿਟੀ ਦੇ ਵਿੱਚ, ਤੁਹਾਨੂੰ ਥਾਂ ਥਾਂ 'ਤੇ ਆਪਣੇ ਕੇਸਰੀ ਦੁਪੱਟੇ, ਕੇਸਰੀ ਪੱਗਾਂ ਦਿਖਦੀਆਂ ਐਵਰੀਵੇਅਰ। ਇੰਨਾ ਵਧੀਆ ਲੱਗਦਾ ਹੈ ਵੇਖ ਕੇ ਕਿ ਇਹ ਸਿੱਖ, ਸਾਡੇ ਸਿੱਖ ਕਿਸ ਤਰ੍ਹਾਂ ਪੂਰੇ ਮਤਲਬ ਸੱਜ ਕੇ ਪਹੁੰਚੇ ਹੈ, ਖਾਲਸਾ ਸਜਣਾ ਦਿਵਸ ਮਨਾਉਣ ਲਈ ਪਹੁੰਚੇ ਨਿਊਯਾਰਕ ਸਿਟੀ ਦੇ ਵਿੱਚ। ਜਤਿੰਦਰ ਸਿੰਘ ਬੋਪਾਰਾਏ ਜੀ, ਤਿਆਰੀਆਂ ਬਾਰੇ ਕੁਝ ਗੱਲ ਹੋ ਰਹੀ ਸੀ, ਕਿੰਨੀ ਪ੍ਰੈਪਰੇਸ਼ਨ ਜਾਂਦੀ ਹੈ ਅਤੇ ਕਿਸ ਤਰ੍ਹਾਂ ਐਤਕੀ ਮੈਨੇਜਮੈਂਟ ਵੱਲੋਂ ਹਰ ਇੱਕ ਚੀਜ਼ ਦਾ ਤੁਸੀਂ ਕਹਿ ਲਓ ਇੰਤਜ਼ਾਮ ਕੀਤਾ ਗਿਆ। ਮੈਂ ਚਾਹਾਂਗੀ ਥੋੜ੍ਹੀ ਜਿਹੀ ਹੋਰ ਸਾਨੂੰ ਥੋੜ੍ਹੀ ਜਿਹੀ ਇਹਦੇ ਬਾਰੇ ਤੁਸੀਂ ਦੱਸੋ ਪਲੀਜ਼। ਹਾਂਜੀ ਸ਼ਮਿਤਾ ਜੀ, ਐਕਚੁਅਲੀ ਇਸ ਪਰੇਡ ਦੇ ਵਿੱਚ ਟੋਟਲ 9 ਫਲੋਟ ਹੁੰਦੇ ਆ। ਸਭ ਤੋਂ ਅੱਗੇ 5 ਨਿਸ਼ਾਨਚੀ, 5 ਪਿਆਰੇ, ਉਸ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਹੜਾ ਫਲੋਟ ਆ ਉਹ ਅਗਵਾਈ ਕਰਦਾ ਸਮੁੱਚੀ ਪਰੇਡ ਦੀ। ਉਹਦੇ ਬਾਅਦ ਦੇ ਵਿੱਚ ਸਾਰੇ ਮਾਰਚ ਕਰਦੇ ਆ। ਇਹ ਸ਼ੁਰੂ ਤੋਂ ਲੈ ਕੇ ਇੱਕ ਸਿਸਟਮ ਬਣਿਆ ਵਾ ਕਿ ਜਦੋਂ ਪਰੇਡ ਦੀਆਂ ਤਿਆਰੀਆਂ ਹੁੰਦੀਆਂ, ਮੀਟਿੰਗਾਂ ਹੁੰਦੀਆਂ, ਉਹਦੇ ਵਿੱਚ ਦੱਸਿਆ ਜਾਂਦਾ ਵੀ ਕਿਹੜੇ ਫਲੋਟ ਦੇ ਮਗਰ ਕਿਹੜੀ ਸੰਗਤ ਜਾਣੀ ਆ। ਜਿਸ ਤਰ੍ਹਾਂ ਨਿਊ ਜਰਸੀ ਤੋਂ ਸੰਗਤ ਆਉਂਦੀ, ਮੈਂ ਪਹਿਲਾਂ ਦੱਸ ਚੁੱਕਾ, ਪੈਂਸਿਲਵਾਨੀਆ ਤੋਂ, ਕਨੈਕਟੀਕਟ ਤੋਂ, ਵਾਸ਼ਿੰਗਟਨ ਤੋਂ, ਉਹਨਾਂ ਨੂੰ ਅਗਾਊ ਕੀਤਾ ਜਾਂਦਾ ਸਾਰਿਆਂ ਨੂੰ ਵੀ ਤੁਸੀਂ ਕਿਹਦੇ ਪਿੱਛੇ ਮਾਰਚ ਕਰਨਾ। ਐਕਸਕਿਊਜ਼ ਮੀ। ਗੁਰੂ ਘਰ ਤੋਂ ਬੱਸਾਂ ਜਿਹੜੀਆਂ ਸਵੇਰੇ ਠੀਕ 9 ਵਜੇ ਚੱਲਣਗੀਆਂ, 11 ਵਜੇ ਲਾਸਟ ਬੱਸ ਚੱਲੇਗੀ। ਮੈਂ ਬੇਨਤੀ ਕਰਦਾ ਸੰਗਤਾਂ ਨੂੰ ਵੀ ਜਿਨ੍ਹਾਂ ਨੇ ਆਪਣੀ ਕਨਵੈਂਸ 'ਤੇ ਨਹੀਂ ਜਾਣਾ, ਉਹ ਤੁਸੀਂ 9 ਵਜੇ ਗੁਰਦੁਆਰੇ ਪਹੁੰਚੋ। 11 ਵਜੇ ਤੱਕ ਜਿਹੜੀਆਂ ਬੱਸਾਂ ਵਾ ਉਹ ਜਾਣਗੀਆਂ। ਬੱਸਾਂ ਹਮੇਸ਼ਾ ਦੀ ਤਰ੍ਹਾਂ ਸਿੱਖ ਸੁਸਾਇਟੀ ਜਿਹੜੀ ਹੈ ਐਕਸਟਰਾ ਕਰਦੀ ਹੈ, ਕਿਉਂਕਿ ਮਤਲਬ ਅਸੀਂ ਨਹੀਂ ਚਾਹੁੰਦੇ ਕਿ ਕੋਈ ਵੀ ਇਹਨੂੰ ਮਿਸ ਕਰੇ। ਗੁਰੂ ਘਰ ਦੇ ਪਲੱਸ ਟਰਾਈ ਸਟੇਟ ਦੇ ਜਿੰਨੇ ਗੁਰਦੁਆਰੇ ਉੱਥੋਂ ਬੱਸਾਂ ਆਉਂਦੀਆਂ ਵਾ, ਜਿਸ ਤਰ੍ਹਾਂ ਰਿਚਮੰਡ ਹਿੱਲ ਦੇ ਵਿੱਚ ਬਾਕੀ ਗੁਰਦੁਆਰੇ ਨੇ, ਗੁਰਦੁਆਰਾ ਬਾਬਾ ਮੱਖਣ ਸ਼ਾਹ ਲਬਾਣਾ ਵਾ, ਗੁਰਦੁਆਰਾ ਮਾਝਾ ਸਿੰਘ ਆ, ਮੈਂ ਸਾਰਿਆਂ ਦਾ ਨਾਂ ਲਾਂ ਤਾਂ ਲਿਸਟ ਲੰਬੀ ਹੋ ਜਾਂਦੀ ਆ। ਉਹਨਾਂ ਸਾਰਿਆਂ ਦੇ ਵਿੱਚੋਂ ਬੱਸਾਂ ਚੱਲਣੀਆਂ ਵਾ। ਮੈਂ ਬੇਨਤੀ ਕਰਦਾ ਵਾਂ ਕਿ ਤੁਸੀਂ ਆਪੋ ਆਪਣੇ ਜਿਹੜੇ ਤੁਹਾਡੇ ਨੇੜੇ ਦੇ ਗੁਰਦੁਆਰੇ ਉਹਨਾਂ ਨਾਲ ਸੰਪਰਕ ਕਰੋ, ਪਰ ਮੋਸਟਲੀ ਸਾਰੇ ਗੁਰਦੁਆਰਿਆਂ ਤੋਂ ਬੱਸਾਂ ਜਿਹੜੀਆਂ 9 ਵਜੇ ਚੱਲਣੀਆਂ। ਇਹ ਤਕਰੀਬਨ ਲਾਸਟ ਬੱਸ ਜਿਹੜੀ 11 ਵਜੇ ਚੱਲੂਗੀ। ਉੱਥੋਂ 12 ਤੋਂ ਲੈ ਕੇ 12:30 ਵਜੇ ਤੱਕ ਜਿਹੜੀ ਆ ਉਹ ਪਰੇਡ ਨੇ ਮਾਰਚ ਸ਼ੁਰੂ ਕਰਨਾ। ਸੋ ਵੱਖ-ਵੱਖ ਗੁਰੂ ਘਰ ਜਿਹੜੇ ਆ ਵੱਖ-ਵੱਖ ਫਲੋਟਾਂ ਦੇ ਪਿੱਛੇ ਜਿਹੜੇ ਆ ਉਹ ਮਾਰਚ ਕਰਨਗੇ। ਜਿਹੜੇ ਸਾਡੇ ਸਿਟੀ ਵੱਲੋਂ ਨੁਮਾਇੰਦੇ ਆ ਰਹੇ ਨੇ ਉਹ ਤਕਰੀਬਨ ਸਾਰੇ ਜਿਹੜੇ ਆ ਗੁਰੂ ਗ੍ਰੰਥ ਸਾਹਿਬ ਜੀ ਦੇ ਫਲੋਟ ਦੇ ਮਗਰ ਜਿਹੜੇ ਚੱਲਦੇ ਆ, ਅਤੇ ਉੱਥੇ ਉਹ ਕਿਸੇ ਨੇ ਮਾਰਚ ਕਰਨਾ ਵਾ, ਕਿਸੇ ਨੇ ਸਟੇਜ 'ਤੇ ਆਉਣਾ, ਜਿੱਦਾਂ ਵੀ ਆਉਣਗੇ ਉਹਨਾਂ ਦਾ ਮਾਣ ਸਨਮਾਨ ਕੀਤਾ ਜਾਊਗਾ। ਉਸ ਤੋਂ ਬਾਅਦ ਤਕਰੀਬਨ ਇਹ ਸਾਡਾ 12 ਬਲਾਕ ਬਣਦੇ ਆ ਟੋਟਲ, ਪਰ ਇਹ 12 ਬਲਾਕ ਜਿਹੜੇ ਆ ਇੰਨਾ ਕੰਜਸਟਡ ਹੁੰਦਾ ਵਾ ਕਿ ਉਹ ਸਾਨੂੰ ਤਕਰੀਬਨ 2.5-3 ਘੰਟੇ ਲੱਗ ਜਾਂਦੇ ਆ। ਬਿਲਕੁਲ। ਉਹਦੇ ਵਿੱਚ ਬੈਂਡ ਵੱਖ-ਵੱਖ ਹੁੰਦੇ ਆ, ਜਿਹਦੇ ਵਿੱਚ ਸਾਡੇ ਆਪਣੇ ਛੋਟੇ ਬੱਚਿਆਂ ਦਾ ਬੈਂਡ ਵੀ ਹੈਗਾ ਵਾ, ਸਪੈਸ਼ਲੀ ਜਿਹੜਾ ਉਹ ਪਾਰਟੀਸਪੇਟ ਕਰੂਗਾ। ਫਿਰ ਪੁਲਿਸ ਦਾ ਬੈਂਡ ਇੱਕ, ਜਿਹੜਾ ਸਾਨੂੰ ਸਪੈਸ਼ਲ ਹਰ ਵਾਰਾਂ ਉਹ ਨੋ ਕਾਸਟ ਦਿੰਦੇ ਆ। ਅਸੀਂ ਉਹਨਾਂ ਦੇ ਧੰਨਵਾਦੀ ਹਾਂ। ਐਰਕਾਂ ਸਪੈਸ਼ਲੀ ਫਾਇਰ ਡਿਪਾਰਟਮੈਂਟ ਵਾਲੇ ਆ ਰਹੇ ਨੇ, ਉਹਨਾਂ ਵੀ ਸਾਡੇ ਨਾਲ ਮਾਰਚ ਕਰਨਾ ਵਾ। ਪਲੱਸ ਉਹਨਾਂ ਅੱਜ ਹੀ ਫੋਨ ਆਇਆ ਸੀ ਵੀ ਸਾਨੂੰ ਤੁਹਾਡੇ ਜਿਹੜੇ ਆ ਨਿਸ਼ਾਨ ਸਾਹਿਬ ਫਲੈਗ ਚਾਹੀਦੇ, ਅਸੀਂ ਉਹ ਫੜ ਕੇ, ਪਲੱਸ ਅਸੀਂ ਆਪਣੇ ਫਾਇਰ ਡਿਪਾਰਟਮੈਂਟ ਦੇ ਫਲੈਗ ਪਲੱਸ ਅਮਰੀਕਨ ਫਲੈਗ ਫੜ ਕੇ ਤੇ ਅਸੀਂ ਮਾਰਚ ਕਰਨਾ ਵਾ। ਉਹ ਵੀ ਸਪੈਸ਼ਲੀ ਕਰਨਗੇ, ਕਿਉਂਕਿ ਜਿਉਂ ਸਾਡੀ ਜਿਹੜੀ ਆ ਪਰੇਡ ਜਿਹੜੀ ਆ ਲੰਬੀ ਹੁੰਦੀ ਜਾਂਦੀ ਆ, ਜਿੱਦਾਂ ਲੰਬੇ ਸਮੇਂ ਤੋਂ ਕਰ ਰਹੇ ਆ, ਇਹ ਲੋਕ ਵੀ ਸਾਡੇ ਨਾਲ ਪਾਰਟੀਸਪੇਟ ਕਰਨਾ ਚਾਹੁੰਦੇ ਆ, ਅਤੇ ਅਸੀਂ ਵੀ ਚਾਹੁੰਦੇ ਹਾਂ ਕਿ ਇਹ ਸਾਡੇ ਨਾਲ ਕਰਨ, ਕਿਉਂਕਿ ਇਹਨਾਂ ਦੇ ਨਾਲ ਸਾਡੀ ਇੱਕ ਵੱਖਰੀ ਪਹਿਚਾਣ ਬਣਦੀ ਆ। ਫਿਰ ਗੱਲ ਆ ਜਾਂਦੀ ਆ ਲੰਗਰ ਦੀ। ਲੰਗਰ ਜਿਹੜਾ ਵਾ ਉਹ 26 ਸਟਰੀਟ 'ਤੇ ਬਿਟਵੀਨ ਪਾਰਕ ਐਂਡ ਮੈਡੀਸਨ 'ਤੇ ਲੱਗਦਾ, ਜਿਹੜਾ ਵੱਖ-ਵੱਖ ਗੁਰੂ ਘਰਾਂ ਤੋਂ ਆਉਂਦਾ। ਉਹਦੇ ਵਿੱਚ ਮੈਂ ਜਸ ਪੰਜਾਬੀ ਦੇ ਮਾਧਿਅਮ ਦੇ ਥਰੂ ਬੇਨਤੀ ਕਰਨੀ ਚਾਹੁੰਦਾ ਵਾਂ ਕਿ ਜਿਨ੍ਹਾਂ ਵੀ ਮੇਰੇ ਵੀਰਾਂ ਨੇ ਲੰਗਰ ਲੈ ਕੇ ਆਉਣਾ, ਉਹ ਆਪਣਾ ਇੱਕ ਇੰਸਪੈਕਸ਼ਨ ਦਾ ਜਿਹੜਾ ਫੂਡ ਲਾਇਸੈਂਸ ਹੁੰਦਾ ਉਹ ਜ਼ਰੂਰ ਲੈ ਕੇ ਆਇਓ, ਜਿੰਨੇ ਵੀ ਲਾਇਆ ਲੰਗਰ ਲਾਉਣਾ, ਕਿਉਂਕਿ ਤਕਰੀਬਨ 11 ਵਜੇ ਜਿਹੜੀ ਆ ਉਹ ਫੂਡ ਦੀ ਇੰਸਪੈਕਸ਼ਨ ਹੋਣੀ ਆ, ਤਾਂ ਉਹ ਹੈਲਥ ਡਿਪਾਰਟਮੈਂਟ ਵਾਲੇ ਆਉਂਦੇ ਆ। ਉਹਨਾਂ ਨੇ ਬਕਾਇਦਾ ਜਿਹੜਾ ਟੈਂਪਰੇਚਰ ਆ ਚੈੱਕ ਕਰਨਾ ਵਾ। ਜਿਹੜਾ ਠੰਡਾ ਫੂਡ ਆ ਉਹਦਾ ਟੈਂਪਰੇਚਰ 40 ਤੋਂ ਥੱਲੇ ਹੋਣਾ ਚਾਹੀਦਾ ਵਾ, ਜਿਹੜਾ ਗਰਮ ਆ ਉਹਦਾ 120 ਤੋਂ ਉੱਪਰ ਹੋਣਾ ਚਾਹੀਦਾ।
ਜੇ ਬਿਟਵੀਨ ਉਹਦੇ ਕੋਈ ਵੀ ਟੈਂਪਰੇਚਰ ਹੈਗਾ ਤਾਂ ਉਹ ਵਾਇਲੇਸ਼ਨ ਆ। ਅਸੀਂ ਨਹੀਂ ਚਾਹੁੰਦੇ ਕਿ ਸਿੱਖ ਸੁਸਾਇਟੀ ਨੂੰ ਕਿਸੇ ਤਰ੍ਹਾਂ ਦੀ ਕੋਈ ਵੀ ਵਾਇਲੇਸ਼ਨ ਹੋਏ। ਪਲੱਸ ਲੰਗਰ ਜਿਹੜਾ ਵਾ ਉਹ ਉੱਥੇ ਇੰਸਪੈਕਟਰ ਜਿਹੜਾ ਵਾ ਉਸ ਟਾਈਮ ਜਿਹੜੇ ਮੇਰੇ ਵੀਰਾਂ ਨੇ ਲੰਗਰ ਲਾਇਆ ਵਾ ਉਹਨਾਂ ਦਾ ਬੰਦਾ ਜਿਹੜਾ ਲਾਇਸੈਂਸ ਵਾਲਾ ਹੋਣਾ ਆਪ ਜ਼ਰੂਰੀ ਆ, ਕਿਉਂਕਿ ਉਹਨੇ ਉਹਦੀ ID ਵਗੈਰਾ ਵੇਖਣੀ ਹੈ ਤੇ ਉਹਨੇ ਪਾਸ ਕਰਾਉਣਾ। ਤੇ ਮੈਂ ਇਹ ਬੇਨਤੀ ਕਰਦਾ ਵੀ ਕੋਈ ਵੀ ਮੇਰਾ ਜਿਹੜਾ ਵੀਰ ਆ ਉਹ ਬਿਨਾਂ ਲਾਇਸੈਂਸ ਤੋਂ ਨਾ ਆਵੇ ਤੇ ਇਸ ਚੀਜ਼ ਦਾ ਧਿਆਨ ਰੱਖੇ। ਬਾਕੀ ਦੂਸਰਾ ਜਿੰਨੇ ਵੀ ਮੇਰੇ ਵੀਰਾਂ ਨੇ ਲੰਗਰ ਲਾਉਣਾ ਮੋਸਟਲੀ ਤੁਸੀਂ ਜਾਣਦੇ ਜੇ ਤੁਸੀਂ ਫਲੋਰ ਤੇ ਕੋਈ ਚੀਜ਼ ਨਹੀਂ ਰੱਖ ਸਕਦੇ। ਤੁਹਾਨੂੰ ਹੈਂਡ ਸੈਨੀਟਾਈਜ਼ ਦਾ ਸਪੈਸ਼ਲ ਜਿਹੜਾ ਵਾ ਅਰੇਂਜ ਕਰਨਾ ਪਊਗਾ। ਪਲੱਸ ਤੁਹਾਡੇ ਕੋਲ ਇੱਕ ਹੱਥ ਧੋਣ ਵਾਸਤੇ ਜਿੱਦਾਂ ਆਪਾਂ ਇੱਕ ਤੁਰਮਚੀ ਕਹਿ ਸਕਦੇ ਹਾਂ ਉਹ ਤੁਹਾਡੇ ਕੋਲ ਹੋਣੀ ਚਾਹੀਦੀ ਆ। ਪੇਪਰ ਟਾਵਲ ਹੋਣਾ ਚਾਹੀਦਾ ਸਪੈਸ਼ਲੀ। ਇੱਕ ਪਾਣੀ ਦਾ ਜੱਗ ਹੋਣਾ ਚਾਹੀਦਾ ਵਾ ਜਿਹਦੇ ਵਿੱਚ ਤੁਸੀਂ ਟੂਟੀ ਸੱਜ ਕੇ ਹੱਥ ਸਾਫ਼ ਕਰ ਸਕਦੇ। ਇਹ ਚੀਜ਼ਾਂ ਦੀ ਸਿਟੀ ਵੱਲੋਂ ਰਿਕੁਆਇਰਮੈਂਟ ਆ। ਜਿਨ੍ਹਾਂ ਵੀਰਾਂ ਨੇ ਕੋਈ ਰੈਸਟੋਰੈਂਟ ਤੋਂ ਪ੍ਰਸ਼ਾਦਾ ਪਾਣੀ ਬਣਾਇਆ ਵਾ ਉਹ ਇਸ ਚੀਜ਼ ਨੂੰ ਜਾਣਦੇ ਆ ਵੀ ਜਿਹੜੀ ਰੈਸਟੋਰੈਂਟ ਦੀ ਰਿਕੁਆਇਰਮੈਂਟ ਆ ਉਹੀ ਰਿਕੁਆਇਰਮੈਂਟ ਜਿਹੜੀ ਆ ਉੱਥੇ ਜਿਹੜੀ ਆ ਸਾਨੂੰ ਪੂਰੀ ਕਰਨੀ ਪਏਗੀ। ਉਹਦੇ ਤੋਂ ਬਾਅਦ ਆ ਜਾਂਦੀ ਆ ਸਟੇਜ ਦੀ ਗੱਲ। ਸਟੇਜ ਜਿਹੜੀ ਆ ਉਹ ਜਿੰਨੇ ਵੀ ਬਾਹਰੋਂ ਗੁਰੂ ਘਰ ਆਉਂਦੇ ਆ ਉਹਨਾਂ ਸਾਰੇ ਦਾ ਮਾਨ ਸਨਮਾਨ ਕੀਤਾ ਜਾਂਦਾ ਵਾ ਜੋ ਉਸ ਟਾਈਮ ਬਣਦਾ ਵਾ। ਜੇ ਕਿ ਸਪੀਕਰ ਆਉਂਦੇ ਆ ਤਾਂ ਉਹਨਾਂ ਨੂੰ ਟਾਈਮ ਦਿੱਤਾ ਜਾਂਦਾ ਵਾ। ਕਹਿਣ ਦਾ ਮਤਲਬ ਕਿ ਤਿਆਰੀਆਂ ਜਿਹੜੀਆਂ ਮੁਕੰਮਲ ਫੁੱਲ ਨੇ। ਹੁਣ ਸਿਰਫ ਇੱਕ ਆ ਕਿ ਜਿਹੜੀ ਅਸੀਂ ਹਮੇਸ਼ਾ ਹੀ ਬਾਰ-ਬਾਰ ਇਹ ਬੇਨਤੀ ਕਰਦੇ ਹਾਂ ਕਿ ਅਸੀਂ ਮਾਰਚ ਕਰਨਾ ਵਾ, ਅਸੀਂ ਸਾਈਡਾਂ 'ਤੇ ਖਲੋ ਕੇ ਦੇਖਣਾ ਨਹੀਂ ਗਾ। ਸਾਡੀ ਕੀ ਪ੍ਰੋਬਲਮ ਆਉਂਦੀ ਆ ਕਿ ਸਾਈਡ ਵਾਕ 'ਤੇ ਅਸੀਂ ਸਾਡੇ ਭੈਣ ਭਰਾ ਜਿਹੜੇ ਖਲੋਤੇ ਹੁੰਦੇ ਆ ਜਿਹੜੇ ਇਹਨਾਂ ਲੋਕਾਂ ਦੇ ਜਿਹੜੇ ਵਾਸਤੇ ਜਿਹੜਾ ਫੁੱਟਪਾਥ 'ਤੇ ਤੁਰਨਾ ਬੜਾ ਔਖਾ ਹੁੰਦਾ ਵਾ। ਅਸੀਂ ਉਹਨਾਂ ਨੂੰ ਦਰਸ਼ਕ ਬਣ ਜਾਈਏ ਆਪਾਂ ਉਹਨਾਂ ਨੂੰ ਪਰੇਡ ਦੇ ਵਿੱਚ ਸ਼ਾਮਲ ਹੋ ਕੇ ਅਤੇ ਚੱਲ ਕੇ ਅਤੇ ਵਿਖਾਈਏ। ਇੱਕ ਡਿਸਪਲਿਨ ਦੇ ਵਿੱਚ ਆਈਏ ਕਿ ਅਸੀਂ ਜਿਹੜੀ ਪਰੇਡ ਹੈ ਇਹਦਾ ਪਾਰਟ ਆ। ਹਾਂਜੀ, ਅਸੀਂ ਦਰਸ਼ਕ ਨਹੀਂ ਕਿ ਕਿਸੇ ਸਾਈਡ ਤੋਂ ਖਲੋ ਕੇ ਵੇਖਣਾ। ਇਹ ਬੜੀ ਜ਼ਰੂਰੀ ਗੱਲ ਆ। ਆਓ ਆਪਾਂ ਜੇ ਬਾਹਰਲੀਆਂ ਸਟੇਟਾਂ ਦੇ ਵੇਖਦੇ ਆ ਪਿਛਲੇ ਦਿਨੀ ਵੈਨਕੂਵਰ ਦੇ ਵਿੱਚ ਹੋ ਕੇ ਲੰਘਿਆ ਵਾ 7-8 ਲੱਖ ਦਾ ਇਕੱਠ ਸੀ। ਬੜੇ ਅਮੇਜ਼ਿੰਗ। ਪਰ ਉੱਥੇ ਜਿਹੜਾ ਡਿਸਪਲਿਨ ਸੀ ਉਹਨਾਂ ਲੋਕਾਂ ਨੇ ਬੜੇ ਪਿਆਰ ਦਾ ਸਬੂਤ ਦਿੱਤਾ। ਗੁਰਦੁਆਰਾ ਸਿੱਖ ਸੁਸਾਇਟੀ ਦੀ ਪ੍ਰਬੰਧਕ ਕਮੇਟੀ ਵੀ ਤੁਹਾਡੇ ਕੋਲ ਇਹ ਆਸ ਰੱਖਦੀ ਆ ਕਿ ਤੁਸੀਂ ਵੀ ਪਿਆਰ ਦਾ ਸਬੂਤ ਦਿਓ। ਉਸ ਪਰੇਡ ਦੇ ਵਿੱਚ ਆਪਾਂ ਮਾਰਚ ਕਰੀਏ, ਦਰਸ਼ਕ ਨਾ ਬਣੀਏ। ਜੀ ਇਹ ਕਿੰਨੀ ਇੰਪੋਰਟੈਂਟ ਤੁਸੀਂ ਇੱਥੇ ਚੀਜ਼ ਸਾਡੇ ਵਿਊਅਰਸ ਨੂੰ ਦੱਸੀ ਹੈ ਕਿ ਅਸੀਂ ਇਸ ਪਰੇਡ ਦਾ ਹਿੱਸਾ। ਅਗਰ ਤੁਸੀਂ ਆਪਣੇ ਆਪ ਨੂੰ ਸਿੰਘ ਮੰਨਦੇ ਹੋ, ਸਿੱਖ ਮੰਨਦੇ ਹੋ, ਤੁਸੀਂ ਆ ਕੇ ਹਿੱਸਾ ਲਵੋ ਅਤੇ ਦੁਨੀਆ ਨੂੰ ਦਿਖਾਓ ਕਿ ਸਿੱਖ ਕਿਸ ਤਰ੍ਹਾਂ ਅੱਗੇ ਵਧਦੇ ਹੈ। ਬਲਾਕਾ ਸਿੰਘ ਜੀ, ਤੁਸੀਂ ਮੈਨੂੰ ਦੱਸ ਰਹੇ ਸੀ ਕਿ ਗੱਤਕੇ ਨੂੰ ਲੈ ਕੇ ਹਮੇਸ਼ਾ ਬਹੁਤ ਵਧੀਆ ਤਰੀਕੇ ਨਾਲ ਗੱਤਕੇ ਨੂੰ ਫੀਚਰ ਕੀਤਾ ਜਾਂਦਾ, ਹਾਈਲਾਈਟ ਕੀਤਾ ਜਾਂਦਾ ਇਸ ਪਰੇਡ ਦੇ ਵਿੱਚ। ਐਤਕੀ ਕੀ ਤਿਆਰੀਆਂ ਕੀਤੀਆਂ ਗਈਆਂ? ਪਹਿਲੀ ਤਾਂ ਮੈਂ ਸੰਗਤਾਂ ਨੂੰ ਦੱਸਣਾ ਚਾਹੁੰਦਾ ਵੀ ਇਸ ਵਾਰ ਗੁਰੂ ਸਾਹਿਬ ਦੀ ਕਿਰਪਾ ਹੋਈ ਹੈ, ਕੋਈ ਧੜਾ ਨਹੀਂ, ਸਾਰੇ ਇਕੱਠੇ ਧੜੇ ਹੋ ਕੇ ਕਿਸੇ ਸਰਬਸੰਮਤੀ ਨਾਲ ਜਿਹੜੀ ਸਾਡੀ ਚੋਣ ਹੋਈ ਹੈ ਸਾਰੀਆਂ ਜਥੇਬੰਦੀਆਂ ਪਹੁੰਚ ਰਹੀਆਂ ਨੇ। ਦੂਜੀ ਗੱਲ, ਜਿਵੇਂ ਕਿ ਪਰੇਡ ਹਰ ਵਾਰੀ ਕਿਸੇ ਨਾ ਕਿਸੇ ਨੂੰ ਸਮਰਪਿਤ ਹੁੰਦੀ ਆ। ਐਤਕੀ ਇਹ ਪਰੇਡ ਉਹਨਾਂ ਬੰਦੀ ਸਿੰਘਾਂ ਨੂੰ ਸਮਰਪਿਤ ਹੈ ਜਿਹੜੇ ਲੰਬੇ ਸਮੇਂ ਤੋਂ ਜੇਲ੍ਹਾਂ ਵਿੱਚ ਬੰਦ ਨੇ। ਉਸ ਦੇ ਨਾਲ ਦੱਸਣਾ ਚਾਹੁੰਦੇ ਹਾਂ ਇਹ ਅਮਰੀਕਾ ਦੀ ਉਹ ਧਰਤੀ ਹੈ ਜਿੱਥੇ ਪ੍ਰਧਾਨ ਸਾਹਿਬ ਨੇ ਦੱਸਿਆ ਵੀ ਨਿਸ਼ਾਨ ਸਾਹਿਬ ਝੁੱਲੂ ਅਮਰੀਕਾ ਦੇ ਝੰਡੇ ਦੇ ਨਾਲ ਨਿਸ਼ਾਨ ਸਾਹਿਬ ਝੁੱਲਦਾ ਮਨਹਾਟਨ ਦੇ ਵਿੱਚ। ਸਭ ਤੋਂ ਪਹਿਲਾਂ ਦੋ ਸਿੰਘ ਅਗਵਾਈ ਕਰਦੇ ਆ, ਇੱਕ ਕੋਲੇ ਅਮਰੀਕਾ ਦਾ ਫਲੈਗ ਹੁੰਦਾ, ਦੂਜੇ ਕੋਲੇ ਨਿਸ਼ਾਨ ਸਾਹਿਬ ਹੁੰਦਾ। ਗੁਰੂ ਗ੍ਰੰਥ ਸਾਹਿਬ ਦਾ ਮਹਾਰਾਜ ਦਾ ਫਲੋਟ। ਉਦੋਂ ਬਾਅਦ ਸਾਡੇ ਬੱਚੇ ਗੱਤਕੇ ਦੇ ਜ਼ੋਰ ਦਿਖਾਉਣਗੇ। ਗੁਰਦੁਆਰਾ ਸਿੱਖ ਕਾਲ ਦੀ ਟੀਮ ਛੋਟੇ ਤੋਂ ਲੈ ਕੇ ਵੱਡੇ ਤੱਕ ਬੱਚੇ ਨੇ ਤੇ ਉਹ ਪੂਰੀ ਟੀਮ ਆ, ਉਹਨਾਂ ਦੀ ਅਗਵਾਈ ਦੇ ਪਿੱਛੇ ਉਹ ਮਤਲਬ ਕਿ ਗੱਤਕੇ ਦੇ ਜ਼ੋਰ ਦਿਖਾਉਣਗੇ। ਛੋਟੇ ਤੋਂ 5 ਸਾਲ ਤੋਂ ਲੈ ਕੇ ਵੱਡੇ ਤੱਕ ਬਹੁਤ ਛੋਟੇ ਛੋਟੇ ਬੱਚੇ ਤਿਆਰ ਕੀਤੇ ਗੁਰਦੁਆਰਾ ਸਿੱਖ ਕਾਲ ਸਾਈਡ ਦੇ ਵਿੱਚ। ਕੀਰਤਨ ਸਪੈਸ਼ਲ ਸਾਰਾ ਕੁਛ ਸਿਖਾਇਆ ਜਾਂਦਾ। ਸੋ ਇਸ ਤਰ੍ਹਾਂ ਹੀ 3-4 ਸਾਡੇ ਜਿਹੜੇ ਗੱਤਕੇ ਦੇ ਜਥੇ ਹੋਣਗੇ। ਬਾਬਾ ਮੱਖਣ ਸ਼ਾਹ ਲਵਾਣਾ ਸਿੱਖ ਸੈਂਟਰ ਤੋਂ ਵੀ ਉਹਨਾਂ ਦਾ ਗੱਤਕੇ ਦੀ ਟੀਮ ਵੀ ਹੋਊਗੀ। ਇੱਕ ਵਰਜੀਨੀਆ ਤੋਂ ਵੀ ਆਊਗੀ। 3-4 ਸਾਡੀਆਂ ਟੀਮਾਂ ਗੱਤਕੇ ਦੀਆਂ ਹੋਣਗੀਆਂ। ਜਿਵੇਂ ਕਿ ਫਿਰ ਅਸੀਂ ਸਾਰਿਆਂ ਨੂੰ ਇਹੀ ਬੇਨਤੀ ਕਰਦੇ ਹਾਂ ਵੀ ਐਤਕੀ ਵੱਧ ਚੜ੍ਹ ਕੇ ਆਪਾਂ ਇਸ ਪਰੇਡ ਦੇ ਵਿੱਚ ਪਹੁੰਚੋ। ਬਾਕੀ ਦੂਜੀ ਗੱਲ ਇਹ ਜਿਹੜੀ ਸਟੇਜ ਦੀ ਗੱਲ ਕੀਤੀ ਆ, ਸਟੇਜ 'ਤੇ ਅਸੀਂ ਐਤਕੀ ਸਾਡੇ ਕੋਲੇ ਸਾਡੀਆਂ ਬੱਚੀਆਂ ਸਪੈਸ਼ਲ ਆ ਰਹੀਆਂ ਜਿਹੜੀਆਂ ਇੱਥੇ ਪੜ੍ਹੀਆਂ ਲਿਖੀਆਂ ਉਹਨਾਂ ਨੂੰ ਸਮਾਂ ਦਿੱਤਾ ਜਾਊਗਾ। ਬੱਚਿਆਂ ਨੂੰ ਜ਼ਿਆਦਾ ਸਮਾਂ ਦੇਵਾਂਗੇ ਸਟੇਜ 'ਤੇ ਕਿ ਆਉਣ ਵਾਲਾ ਜਿਹੜਾ ਸਾਡਾ ਫਿਊਚਰ ਆ ਉਹਨਾਂ ਨੇ ਸਾਂਭਣਾ।
ਜੀ। ਸੋ ਹਰ ਤਰ੍ਹਾਂ ਦਾ ਅਸੀਂ ਖਿਆਲ ਰੱਖਦੇ ਹਾਂ ਵੀ ਆਉਣ ਵਾਲੀ ਪੀੜ੍ਹੀ ਸਾਡੀ ਅੱਗੇ ਆਵੇ ਜੀ। ਸੋ ਸਾਡੀ ਜਿਹੜੀ ਗੁਰਦੁਆਰਾ ਦੀ ਕਮੇਟੀ ਉਹਦੇ ਵਿੱਚ ਵੀ ਨਵੇਂ ਸਿੰਘ ਲੈ ਗਏ ਨੇ ਨੌਜਵਾਨਾਂ ਨੂੰ ਜੀ। ਕਿਉਂਕਿ ਉਹਨਾਂ ਨੇ ਅਗਵਾਈ ਕਰਨੀ ਆ ਸੋ ਇਸ ਤਰ੍ਹਾਂ ਸਾਰੇ ਹਰ ਪੱਖ ਤੋਂ ਅਸੀਂ ਜੀ ਪੂਰੀ ਕਰ ਰਹੇ ਹਾਂ। ਕੁਝ ਨਵੀਆਂ ਚੀਜ਼ਾਂ ਤੇ ਕੁਝ ਪੁਰਾਣੀਆਂ ਚੀਜ਼ਾਂ ਜੋ ਕਿੰਨੇ ਸਾਲਾਂ ਤੋਂ ਚੱਲਦੀਆਂ ਆ ਰਹੀਆਂ ਐਤਕੀ ਸ਼ਨੀਵਾਰ ਇਸ ਪਰੇਡ ਦੇ ਵਿੱਚ ਨਿਊਯਾਰਕ ਸਿਟੀ ਦੀ ਸਿੱਖ ਡੇ ਪਰੇਡ ਦੇ ਵਿੱਚ ਵੇਖਣ ਨੂੰ ਮਿਲਣਗੀਆਂ। ਤੁਸੀਂ ਤਾਂ ਉੱਥੇ ਆਪ ਹੋਣਾ ਹੈ, ਸਾਨੂੰ ਉਮੀਦ ਹੈ ਤੁਸੀਂ ਆਪ ਪਹੁੰਚੋਗੇ ਪਰਿਵਾਰ ਸਮੇਤ, ਦੋਸਤਾਂ ਮਿੱਤਰਾਂ ਨਾਲ ਲੈ ਕੇ, ਸਾਰਿਆਂ ਨੂੰ ਨਾਲ ਲੈ ਕੇ ਪਹੁੰਚੋਗੇ। ਵਾਰੀ ਫਿਰ ਅਸੀਂ ਨਿਊਯਾਰਕ ਸਿਟੀ ਦੇ ਵਿੱਚ ਜਿੱਥੋਂ ਇਹ ਪ੍ਰੋਗਰਾਮ ਤੁਹਾਡੇ ਨਾਲ ਪੇਸ਼ ਕਰ ਰਹੇ ਹਾਂ ਉੱਥੇ ਦੀ ਵੱਡੀ ਇਤਿਹਾਸਿਕ ਸਿੱਖ ਡੇ ਪਰੇਡ ਬਾਰੇ ਜਾਣਕਾਰੀ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ। ਇਹੋ ਜਿਹੇ ਉਪਰਾਲੇ, ਇਹੋ ਜਿਹੇ ਵੱਡੇ ਇਨੀਸ਼ੀਏਟਿਵ ਜੋ ਇੰਨੇ ਸਾਲਾਂ ਤੋਂ ਦਹਾਕਿਆਂ ਤੋਂ ਚੱਲਦੇ ਆ ਰਹੇ ਹੈ ਉਹ ਓਵਰਨਾਈਟ ਨਹੀਂ ਹੁੰਦੇ, ਉਹ ਕਿਸੇ ਅਕੇਲੇ ਤੋਂ ਨਹੀਂ ਹੁੰਦੇ। ਕਿੰਨੀ ਪਲੈਨਿੰਗ ਉਹਦੇ ਵਿੱਚ ਜਾਂਦੀ ਹੈ, ਖਾਸ ਕਰਕੇ ਜਦੋਂ ਤੁਸੀਂ ਨਿਊਯਾਰਕ ਸਿਟੀ ਦੀ ਗੱਲ ਕਰਦੇ ਹੋ। ਥੋੜ੍ਹੀ ਜਿਹੀ ਇਸ ਪਲੈਨਿੰਗ ਬਾਰੇ ਅਤੇ ਕੀ ਕੁਛ ਜਾਣਕਾਰੀ ਜੋ ਸਾਡੇ ਇਸ ਪਰੇਡ ਦੇ ਵਿੱਚ ਹਿੱਸਾ ਲੈ ਰਹੇ ਉਹਨਾਂ ਨੂੰ ਪਤਾ ਹੋਣੀ ਚਾਹੀਦੀ ਹੈ, ਉਹਦੇ ਬਾਰੇ ਹੋਰ ਇਨਫੋਰਮੇਸ਼ਨ ਦੇਣ ਲਈ ਸਾਡੇ ਨਾਲ ਲੀਡਰਸ਼ਿਪ ਤੇ ਹੋਰ ਮੈਂਬਰਸ ਜੁੜੇ ਹਨ ਗੁਰਦੁਆਰਾ ਸਾਹਿਬ ਸਿੱਖ ਕਲਚਰ ਸੁਸਾਇਟੀ ਤੋਂ। ਸਭ ਤੋਂ ਪਹਿਲੇ ਤਾਂ ਮੈਂ ਤੁਹਾਨੂੰ ਸਾਰਿਆਂ ਨੂੰ ਪ੍ਰੋਗਰਾਮ ਦੇ ਵਿੱਚ ਸਵਾਗਤ ਕਰਦੀ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਦੇਵ ਸਿੰਘ ਕੰਗ ਜੀ, ਤੁਹਾਡੇ ਨਾਲ ਸ਼ੁਰੂ ਕਰਦੇ ਹਾਂ। ਜਦੋਂ ਗੁਰਦੁਆਰਾ ਸਾਹਿਬ ਸਿੱਖ ਕਲਚਰਲ ਸੁਸਾਇਟੀ ਦੀ ਗੱਲ ਉੱਠਦੀ ਹੈ, ਜਦੋਂ ਲੀਡਰਸ਼ਿਪ ਭਾਵੇਂ ਕਮਿਊਨਿਟੀ ਦੀ ਲੀਡਰਸ਼ਿਪ ਹੋਏ, ਗੁਰਦੁਆਰਾ ਸਾਹਿਬ ਦੇ ਵਿੱਚ ਲੀਡਰਸ਼ਿਪ ਦੀ ਗੱਲ ਹੋਏ, ਤੁਹਾਡਾ ਹਮੇਸ਼ਾ ਨਾਂ ਨਾਲ ਜੁੜਿਆ ਹੁੰਦਾ ਹੈ। ਬਟ ਐਤਕੀ ਇਸ ਪਰੇਡ ਨੂੰ ਲੈ ਕੇ ਤੁਸੀਂ ਬਹੁਤ ਇੰਪੋਰਟੈਂਟ ਇਨਫੋਰਮੇਸ਼ਨ ਦੇਣਾ ਚਾਹੁੰਦੇ ਹੋ ਜਿਹਦੇ ਕਰਕੇ ਇਹੋ ਜਿਹੀ ਇਨੀਸ਼ੀਏਟਿਵਸ, ਇਹੋ ਜਿਹੀ ਪਰੇਡਸ ਅਸੀਂ ਬਾਰ-ਬਾਰ ਕਰ ਪਾਉਂਦੇ ਹਾਂ। ਕੰਗ ਸਾਹਿਬ, ਤੁਸੀਂ ਕੀ ਕੁਛ ਕਹਿਣਾ ਚਾਹੋਗੇ ਅੱਜ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਤਾਂ ਮੈਂ ਜਸ ਪੰਜਾਬੀ ਤੇ ਜਸ ਪ੍ਰਾਂਤੀ ਦੇ ਜਿੰਨੇ ਵੀ ਸਰੋਤੇ ਆ, ਸਟਾਫ ਆ, ਸਾਰਿਆਂ ਨੂੰ ਸਾਜਨਾ ਖਾਲਸਾ ਦੇ ਸਾਜਨਾ ਦਿਵਸ ਦੀ ਲੱਖ ਲੱਖ ਵਧਾਈ ਦਿੰਦਾ। ਦੂਸਰਾ, ਜਸ ਪੰਜਾਬੀ ਚੈਨਲ ਇੱਕ ਉਹ ਚੈਨਲ ਆ ਜਦੋਂ ਸਾਡੇ ਕੋਲ ਕੋਈ ਚੈਨਲ ਨਹੀਂ ਸੀ ਹੈਗਾ, ਜਦੋਂ ਤੁਹਾਡੇ ਮਦਰ ਭੈਣ ਜੀ ਪੈਣੀ ਸੰਧੂ ਨੇ ਇਹ ਉਦੋਂ ਤੋਂ ਲੈ ਕੇ ਜਿਹੜਾ ਪਰੇਡ ਦੇ ਨਾਲ ਤੇ ਗੁਰਦੁਆਰਾ ਸਿੱਖ ਸਿਟੀ ਦੇ ਨਾਲ ਇਨੀਸ਼ੀਏਟਿਵ ਦਿਖਾਇਆ। ਦੂਸਰਾ, ਪਰੇਡ ਦੀ ਗੱਲ ਵੀ ਆ, ਜਦੋਂ ਤੋਂ ਕੋਵਿਡ 2020 ਦੇ ਵਿੱਚ ਚੱਲਿਆ, ਜਸ ਪੰਜਾਬੀ ਜਿਹੜਾ ਆਪਣਾ ਗੁਰਬਾਣੀ ਦਾ ਪ੍ਰਸਾਰਨ ਆ ਉਹ ਗੁਰਦੁਆਰਾ ਸਿੱਖ ਸੁਸਾਇਟੀ ਤੋਂ ਕਰਦਾ ਸਵੇਰ ਸ਼ਾਮ। ਅਸੀਂ ਇਸ ਕਰਕੇ ਵੀ ਤੁਹਾਡੇ ਬਹੁਤ ਬਹੁਤ ਧੰਨਵਾਦੀ ਹਾਂ। ਦੂਸਰਾ, ਪਰੇਡ ਜਿਹੜੀ ਆ ਇਹ 29 ਅਪ੍ਰੈਲ ਦਿਨ ਸ਼ਨੀਵਾਰ ਦੀ ਆ, ਇਹਦੇ ਵਿੱਚ ਮੈਂ ਇਹੋ ਬੇਨਤੀ ਕਰਦਾ ਕਿ ਇਹ ਸਿੱਖ ਕਲਚਰ ਸੁਸਾਇਟੀ ਦੇ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਜਿੰਨੀਆਂ ਵੀ ਸਾਡੀਆਂ ਪੰਥਕ ਜਥੇਬੰਦੀਆਂ ਤੇ ਜਿੰਨੀਆਂ ਵੀ ਸਭਾਵਾਂ ਤੇ ਸੰਗਤੀ ਰੂਪ ਦੇ ਵਿੱਚ ਸਾਰਿਆਂ ਨੂੰ ਬੇਨਤੀ ਕੀਤੀ ਜਾਂਦੀ ਵੀ ਹੋਮ ਹਮਾ ਕੇ ਪਹੁੰਚੋ। ਇਹਦਾ ਕਾਰਨ ਇਹ ਆ ਕਿ ਜਦੋਂ ਸਿੱਖ ਪਹਿਲਾਂ ਇੱਥੇ ਨਿਊਯਾਰਕ 'ਚ ਆਏ ਤਾਂ ਸਾਡੀ ਉਹ ਪੋਲੀਟੀਕਲ ਹੋਂਦ ਨਹੀਂ ਸੀ ਹੈਗੀ। ਹੁਣ ਥੋੜ੍ਹੇ ਜਿਹੇ ਸਮੇਂ ਤੋਂ ਇਹ ਹੋਂਦ ਬਣੀ ਆ ਕਿ ਸਿੱਖਾਂ ਨੂੰ ਹਰ ਇੱਕ ਸਾਡਾ ਇਲੈਕਟਡ ਅਫੀਸ਼ੀਅਲ ਤੇ ਹਰ ਇੱਕ ਜਿਹੜੀ ਕਮਿਊਨਿਟੀ ਆ ਉਹ ਰੈਕੋਗਨਾਈਜੇਸ਼ਨ ਦਿੰਦੀ ਆ। ਤੇ ਬੜੇ ਮਾਣ ਦੀ ਗੱਲ ਆ ਕਿ ਸਿੱਖਾਂ ਨੇ ਪਿਛਲੇ ਲੰਮੇ ਸਮੇਂ ਦੇ ਵਿੱਚ ਸਾਨੂੰ NYPD ਦੇ ਵਿੱਚ ਸਾਡੇ ਮੁੰਡਿਆਂ ਨੂੰ ਦਸਤਾਰ ਬਣ ਕੇ ਜਿਹੜੀ ਆ ਉਹ ਜੋਬ ਮਿਲੀ ਆ, ਫਾਇਰ ਡਿਪਾਰਟਮੈਂਟ 'ਚ ਮਿਲੀ ਆ। ਦੂਸਰਾ, ਜਿਹੜੀ ਇਹ ਪਰੇਡ ਆ ਇਹਦੇ ਵਿੱਚ ਸਾਡੇ ਕੋਲ ਜਿੰਨੇ ਸਾਡੇ ਇਲੈਕਟਡ ਅਫੀਸ਼ੀਅਲ ਆ, ਚਲੋ ਗੁਰੂ ਘਰਾਂ 'ਚ ਤੇ ਆਉਂਦੇ ਹੀ ਨੇ, ਉਹ ਚੇਚੇ ਤੌਰ ਤੇ ਪਰੇਡ ਦੇ ਵਿੱਚ ਜ਼ਰੂਰ ਆਉਂਦੇ ਨੇ ਕਿਉਂਕਿ ਅਸੀਂ ਜਿੱਦਾਂ ਜਿਹੜਾ ਕੁਈਨਸ ਹੈ ਨਾ, ਇੱਕ ਜ਼ਿਆਦਾ ਨਿਊਯਾਰਕ ਦੀ ਜਿਹੜੀ ਬੋਰੋ ਆ ਇਹ ਡਾਇਵਰਸਿਟੀ ਆ। ਹਾਂਜੀ। ਤੇ ਦੂਸਰਾ JFK ਏਅਰਪੋਰਟ ਆ। ਕੋਈ ਵੀ ਮੇਰਾ ਵੀਰ ਭੈਣ ਇਮੀਗ੍ਰੈਂਟ ਆਉਂਦਾ ਤੇ ਉਹਨੂੰ ਕੋਈ ਰਸਤਾ ਨਹੀਂ ਹੁੰਦਾ ਤੇ ਉਹਨੂੰ ਨਵੇਂ ਬੰਦੇ ਨੂੰ ਸੈੱਟ ਹੋਣ ਵਾਸਤੇ ਪਹਿਲਾਂ ਗੁਰਦੁਆਰੇ ਦਾ ਆਸਰਾ ਤੱਕਣਾ ਪੈਂਦਾ ਵੀ ਗੁਰੂ ਘਰ ਕਿੱਥੇ ਆ। ਉਹ ਸਿੱਖ ਕਲਚਰ ਸੁਸਾਇਟੀ ਆ ਤੇ ਉਹਦੇ ਨਾਲ ਦੂਜਾ ਗੁਰੂ ਘਰ ਹੈ ਮੱਖਣ ਸ਼ਾਹ ਲਵਾਣਾ ਸਿੱਖ ਸੈਂਟਰ ਵੀ ਹੈ, ਪਰ ਉਹਦੇ ਨਾਲ ਸਾਡੀ ਓਵਰ ਪਾਪੂਲੇਟਡ ਆ। ਅਸੀਂ ਬਹੁਤ ਵਧੀਆ ਕਮਿਊਨਿਟੀ ਦੀ ਸਾਡੀ ਪਛਾਣ। ਇਹਦੇ ਵਿੱਚ ਚੇਚੇ ਤੌਰ ਤੇ ਜਦੋਂ ਹਰ ਸਾਲ ਤੋਂ ਅਸੀਂ ਪਰੇਡ ਕੱਢਦੇ ਹਾਂ, ਤਕਰੀਬਨ ਕਾਫੀ ਲੰਮੇ ਤੋਂ 2010 ਤੋਂ ਹਰ ਵਾਰੀ ਕੋਆਰਡੀਨੇਟਰ ਹੁੰਦਾ ਸਿੱਖ ਦੇ ਪਰੇਡ ਦਾ, ਜਿਸ ਤਰ੍ਹਾਂ ਕਿ ਪ੍ਰਧਾਨ ਸਾਹਿਬ ਨੇ ਵੀ ਤੁਹਾਨੂੰ ਦਿੱਤੀ ਹੈ ਇਨਫੋਰਮੇਸ਼ਨ ਸਾਰੀ। ਉਹ ਹਰ ਵਾਰੀ ਜਦੋਂ ਸਾਨੂੰ ਕੋਈ ਨਾ ਕੋਈ ਆਉਂਦੀ ਹੈ ਨਾ, ਕਿਉਂਕਿ ਸਿਟੀ ਦੇ ਰੂਲਸ ਐਂਡ ਰੈਗੂਲੇਸ਼ਨ ਚੇਂਜ ਹੁੰਦੇ ਨੇ ਤੇ ਉਹਦੇ ਨਾਲ ਸਾਨੂੰ ਵੀ ਨਾਲ ਦੀ ਨਾਲ ਚੇਂਜ ਹੋਣਾ ਪੈਂਦਾ। ਪਿਛਲੀ ਵਾਰੀ ਅਸੀਂ ਬੜੇ ਖੁਸ਼ਕਿਸਮਤ ਹਾਂ ਕਿ ਸਾਨੂੰ ਇੱਕ ਸਿਰਫ ਵਾਇਲੇਸ਼ਨ ਜਿਹੜੀ ਆ ਹੋਈ ਸੀ, ਪਰ ਉਹਦਾ ਰੈਮਡੀ ਹੁੰਦੀ ਆ ਕਿ ਅਗਰ ਤੁਸੀਂ ਇਹਨੂੰ ਕਿਉਰ ਕਰੋਗੇ ਤੇ ਕੀ ਕਰੋਗੇ। ਉਹਦੇ 'ਚ ਇਹ ਸੀ ਕਿ ਜਦੋਂ ਸਾਡੇ ਲੰਗਰ ਜਿੱਥੇ ਆ ਨਾ ਸਰਵ ਕੀਤੇ ਆ ਤੇ ਉਹ ਜਦੋਂ ਸਾਡੇ ਬੰਦੇ ਪ੍ਰਕਾਸ਼ ਦਾ ਜਿਹੜਾ ਰੱਖਦੇ ਆ ਨਾ ਤੇ ਉਹ ਕਹਿੰਦੇ ਨੇ ਕਿ ਇਹ ਜਿਹੜੇ ਵਾਲ ਆ ਤੁਹਾਡੇ, ਕਿਉਂਕਿ ਤੁਸੀਂ ਫੂਡ ਨੂੰ ਜਿਹੜਾ ਇਹ ਪ੍ਰੋਟੈਕਸ਼ਨ ਦੇਣੀ ਤੇ ਅਸੀਂ ਉਹਨਾਂ ਨੂੰ ਲਿਖ ਕੇ ਭੇਜਿਆ ਉਦੋਂ ਵੀ ਅਸੀਂ ਇਹ ਅਗਲੇ ਸਾਲ ਜਿਹੜਾ ਇਹਦੀ ਪ੍ਰੋਟੈਕਸ਼ਨ ਕਰਾਂਗੇ। ਤੇ ਐਰਕੀ ਮੈਂ ਬੇਨਤੀ ਕਰਦਾ ਵੀ ਵੇਖੋ, ਆਪਾਂ ਜਿਹੜੇ ਫੌਜੀ ਬੰਦੇ ਉਹਦੇ ਜਾਲੀ ਜੂਲੀ ਪਾ ਲੈਂਦੇ ਨੇ, ਪਰ ਦੂਜਿਆਂ ਨੂੰ ਬੇਨਤੀ ਕਰਦਾ ਵੀ ਤੁਸੀਂ ਆਪਣੇ ਰੁਮਾਲ ਬੰਨੋ। ਇੱਕ ਤੇ ਤੁਹਾਨੂੰ ਉਹ ਮਸਕ ਦਾ ਕੰਮ ਦੇਣ
ਤੇ ਦੂਸਰਾ ਤੁਹਾਡੇ ਜਿਹੜੀ ਹੇਅਰ ਆ ਉਹ ਵਿੱਚ ਆਉਣ ਹਾਂਜੀ ਤਾਂ ਕਿ ਆਪਾਂ ਨੂੰ ਇਸ ਚੀਜ਼ ਤੋਂ ਵੀ ਆਪਣੀ ਜਿਹੜੀ ਹੈ ਨਾ ਜਿਹੜੇ ਫੂਡ ਸਰਵ ਕਰਦੇ ਨੇ ਹਾਂਜੀ ਹਾਂਜੀ ਕਿਉਂਕਿ ਜਿਹੜੇ ਮਗਰ ਕਾਊਂਟਰ ਤੇ ਖੜੇ ਨੇ ਕਿਉਂਕਿ ਜਿਸ ਤਰ੍ਹਾਂ ਉਹਨਾਂ ਨੇ ਦੱਸਿਆ ਨਾ ਵੀ ਕੋਲਡ ਫੂਡ ਜਾਂ ਹਾਰਡ ਫੂਡ ਇਹਦੇ ਟੈਂਪਰੇਚਰ ਦਾ ਬੜਾ ਜ਼ਰੂਰੀ ਰੱਖਣਾ ਬਾਕੀ ਜਿਹੜੀ ਸਿੱਖ ਕਮਿਊਨਿਟੀ ਆ ਮੈਂ ਸਮਝਦਾ ਕਿ ਇਹ ਸਭ ਤੋਂ ਵੱਡੀ ਵਡਭਾਗੀ ਆ ਕਿਉਂਕਿ ਇਸ ਰੂਟ ਦੇ ਉੱਤੇ ਸਿਰਫ 5 ਪਰੇਡਾਂ ਨਿਕਲਦੀਆਂ ਹਾਂਜੀ ਤੇ ਇੱਕ ਸਿੱਖ ਦੇ ਪਰੇਡ ਆ ਕਿਉਂਕਿ ਤੁਸੀਂ ਸਾਰੀਆਂ ਪਰੇਡਾਂ ਨੂੰ ਕਵਰ ਕਰਦੇ ਜੇ ਮੋਸਟਲੀ ਜੀ ਜਿਹਨੂੰ ਉਹਨਾਂ ਨੇ ਇਹ ਰੂਟ ਦਿੱਤਾ ਕਿ 24 ਸਟਰੀਟ ਤੱਕ ਹਾਂਜੀ। ਕਿ ਸਟੇਜ 24 ਤੇ ਲੱਗੇਗੀ ਜੀ ਦੂਸਰਾ ਜਿੰਨੀਆਂ ਪਰੇਡਾਂ ਵਾ ਉਹਨਾਂ ਨੂੰ 25% ਆਪਣੇ ਫੂਡ ਦਾ ਮੇਅਰ ਦੇ ਦਫ਼ਤਰ 'ਚ ਜਮ੍ਹਾਂ ਕਰਾਉਣਾ ਪੈਂਦਾ ਜੀ ਕਿ ਐਸਟੀਮੇਟਡ ਬਿੱਲ ਤੇ ਖਾਲਸੇ ਦਾ ਫੂਡ ਬਾਬੇ ਨਾਨਕ ਦਾ ਚਲਾਇਆ ਫ੍ਰੀ ਆ ਜੀ। ਤੇ ਇਸ ਕਰਕੇ ਸਾਨੂੰ ਕੋਈ ਪੈਸਾ ਨਹੀਂ ਜਮ੍ਹਾਂ ਕਰਾਉਣਾ ਪੈਂਦਾ ਜੀ ਤੀਜੀ ਗੱਲ ਇਹ ਆ ਵੀ ਜਿਸ ਤਰ੍ਹਾਂ ਪ੍ਰਧਾਨ ਸਾਹਿਬ ਨੇ ਦੱਸਿਆ ਕਿ NYPD ਆ ਜਿਹੜੀ ਆਪਾਂ ਨੂੰ ਬੜੀ ਮਾਣ ਵਾਲੀ ਗੱਲ ਆ ਕਿ ਸਾਡੇ ਸਿੱਖ ਐਸੋਸੀਏਸ਼ਨ ਨੇ ਉਹਨਾਂ ਨੂੰ ਵੀ ਮਾਰਚ ਕਰਨਾ ਹਾਂਜੀ ਤੇ ਚੇਚੇ ਤੌਰ ਤੇ NYPD ਦੇ ਜਿਹੜੇ ਹਾਰਸ ਦੋ ਆ ਹਾਂਜੀ, ਮੇਜਰ ਹਾਂਜੀ। ਉਹ ਲੀਡ ਕਰਨਗੇ ਸਭ ਤੋਂ ਮੋਹਰੇ ਉਦੋਂ ਮਗਰੋਂ NYPD ਦਾ ਜਿਹੜਾ 25 ਬੰਦਿਆਂ ਦਾ ਬੈਂਡ ਆ ਹਾਂਜੀ ਉਹ ਲੀਡ ਕਰੇਗਾ ਫਿਰ ਸਾਡੇ ਜਿਹੜੇ ਯੂਨੀਫਾਰਮ ਜਿਹੜੇ ਸਾਡੇ ਭਰਾ ਨੇ NYPD ਵਾਲੇ ਉਹ ਕਰਨਗੇ ਇੱਕ ਨਵੀਂ ਚੇਂਜ ਹੋਈ ਆ ਕਿ ਜਿਹੜੀ ਅੱਗੇ ਸਾਡੀ ਕਾਰਾਂ ਦੀ ਪਾਰਕਿੰਗ ਹੁੰਦੀ ਆ VIP ਦੀ ਉਹ ਹੁੰਦੀ ਸੀ 25 ਸਟਰੀਟ ਤੇ ਤੇ ਉਹ ਐਰ ਕਿ ਜਿਹੜੀ 25 ਸਟਰੀਟ ਤੇ ਜਿਹੜੀ ਉਹ ਕੰਸਟਰਕਸ਼ਨ ਤੇ ਆ ਇਸ ਕਰਕੇ ਉਹ 26 ਸਟਰੀਟ ਸਾਡੀ ਪਾਰਕ ਐਵਨਿਊ ਤੇ ਬਿਟਵੀਨ ਲੈਕਸੰਟਨ ਵਾ ਲੰਗਰ ਦੇ ਦੂਜੇ ਪਾਸੇ ਲੰਗਰ ਦੇ ਦੂਜੇ ਪਾਸੇ ਜੀ ਜਿਹੜੇ ਮੇਰੇ ਵੀਰ ਐਵੇਂ ਮਤਲਬ ਕਿ ਜਿਹਨਾਂ ਕੋਲ ਪਰਮਿਟ ਹੈ ਹਾਂਜੀ, ਨੇ ਹਾਂਜੀ। ਜਾਂ ਜਿਨ੍ਹਾਂ ਦੇ ਵਹੀਕਲ ਲੰਗਰਾਂ ਵਾਲੇ ਨੇ ਜੀ ਉਹ ਸਟਰੀਟ 'ਚ ਜਾ ਕੇ ਪਾਰਕ ਕਰਨ ਜੀ ਤੇ ਜਿਹੜੀਆਂ ਬੱਸਾਂ ਵਾ ਉਹ ਪਹਿਲਾਂ ਸਾਨੂੰ ਉੱਥੇ ਡਰਾਪ ਕਰਨਗੀਆਂ ਜਿਹੜੇ ਫਲੋਟ ਜਿੰਨੇ ਵੀ ਆ ਉਹ 37 ਸਟਰੀਟ ਤੇ ਬਿਟਵੀਨ 5th ਐਵਨਿਊ ਹਾਂਜੀ ਉਹ ਸਵੇਰ ਨੂੰ ਉਹਦੇ ਵਿੱਚ ਉੱਥੇ ਜਾਣੇ ਨੇ ਜੀ ਕਿਉਂਕਿ ਤਰਤੀਬ ਵਾਰ ਚੱਲਦੇ ਨੇ ਜੀ ਤੇ ਉਹਦੇ 'ਚ ਜਿਸ ਤਰ੍ਹਾਂ ਕਿ ਜਿਹੜੇ ਬੈਂਡ ਵਾ ਉਹ ਮੂਹਰੇ 36 ਸਟਰੀਟ ਤੇ ਮੈਡੀਸਨ ਦੇ ਕਾਰਨਰ ਤੇ ਖੜੋਣਗੇ ਹਾਂਜੀ ਕਿਉਂਕਿ ਸਾਡਾ ਲਾਈਨ ਆਫ ਮਾਰਚ ਜਿਹੜਾ ਉਹ 37 ਸਟਰੀਟ ਆ ਮੈਡੀਸਨ ਜੀ ਤੇ ਜੀ ਜਦੋਂ ਅਸੀਂ ਮਾਰਚ ਕਰਕੇ ਆਉਣਾ ਮੇਅਰ ਨੇ ਆਨਰੇਬਲ ਮੇਅਰ ਆਰ ਅਕੈਡਮੀ ਨੇ ਇਹਨੇ ਸਾਡੇ ਨਾਲ ਤਕਰੀਬਨ 1 ਵਜੇ ਤੋਂ ਲੈ ਕੇ 1:30 ਵਜੇ ਦਾ ਟਾਈਮ ਇਹਦਾ ਹਾਂਜੀ ਇਹ ਮਾਰਚ ਕਰਨਾ ਚਾਹੁੰਦੇ ਨੇ ਇਹ ਨਾਲ ਮਾਰਚ ਕਰਨਗੇ ਵਾਹ ਜੀ ਵਾਹ ਤੇ ਉਦੋਂ ਮਗਰੋਂ ਜਿਹੜੇ ਫਲੋਟ ਬਾਕੀ ਦੇ ਫਲੋਟ ਆ ਉਹ ਸਾਰੇ ਜਿਹੜੇ ਆ ਉਹ 27 ਸਟਰੀਟ ਤੋਂ ਜਿਹੜੇ ਆ ਉਹ ਮਾਰ ਜਾਂਦੇ ਨੇ ਰਾਈਟ ਟਰਨ ਜੀ, ਤੇ ਜੀ। ਸੰਗਤ ਜਾਂਦੀ ਆ ਪਾਰਕ ਐਵਨਿਊ ਵੱਲ ਨੂੰ ਜੀ ਤੇ 26 ਤੋਂ ਜਿਹੜੇ ਸਿੱਧਾ ਫਲੋਟ ਆਉਂਦਾ ਉਹ ਗੁਰੂ ਗ੍ਰੰਥ ਸਾਹਿਬ ਦਾ ਜਿੱਥੇ ਕਿ ਤੁਹਾਡਾ ਸੈਟੇਲਾਈਟ ਲੱਗਾ ਹੁੰਦਾ ਹਾਂਜੀ ਹਾਂਜੀ ਉੱਥੇ ਫਿਰ ਹੁੰਦੀ ਆ ਅਰਦਾਸ ਜੀ। ਤੇ ਜਿਹੜੇ ਮੇਰੇ ਵੀਰ ਡਿਸੇਬਲ ਨੇ ਜਾਂ ਬੱਚੇ ਨੇ ਉਹਨਾਂ ਨੂੰ ਉੱਥੋਂ ਦੀ ਸਿੱਧੇ ਆ ਜਾਂਦੇ ਨੇ ਜੀ। ਨਾਲੇ ਉਹ ਛੇਤੀ ਪਹੁੰਚ ਜਾਂਦੇ ਉੱਥੋਂ ਦੀ ਜੀ। ਤੇ ਦੂਜੀ ਸੰਗਤ ਜਿਹੜੀ ਆ ਦੂਏ ਪਾਸੇ ਦੀ ਆਉਂਦੀ ਕਿਉਂਕਿ ਲੰਗਰਾਂ ਦੇ ਜਿਹੜੇ ਪ੍ਰਬੰਧ ਆ ਉਹ ਹਾਂਜੀ। ਦੂਜੇ ਪਾਸੇ ਨੇ ਹਾਂਜੀ ਬਾਕੀ ਸਟੇਜ ਦਾ ਪ੍ਰੋਗਰਾਮ ਜਿਹੜਾ ਉਹ 24 ਦੇ ਉੱਤੇ ਆ ਤੇ ਤੁਹਾਨੂੰ ਪਤਾ ਵੀ ਸਾਰੀਆਂ ਜਥੇਬੰਦੀਆਂ ਵਾ ਜੀ ਤੇ ਜਿੰਨੇ ਸੰਗਤੀ ਰੂਪ ਚ ਵੀਰ ਆ ਤੇ ਇਸ ਵੇਲੇ ਜਿਹੜਾ ਖਾਲਸਾ ਪੰਥ ਵਾ ਇਹ ਬਿਲਕੁਲ ਇੱਕ ਝੰਡੇ ਥੱਲੇ ਜਿਹੜਾ ਵਕਤ ਚੱਲ ਰਿਹਾ ਪੰਜਾਬ ਦੇ ਵਿੱਚ ਵੀ ਜਾਂ ਬਾਹਰ ਦੁਨੀਆ ਦੇ ਵਿੱਚ ਵੀ ਕਿਉਂਕਿ ਸਾਡੇ ਨਾਲ ਹੀਟ ਕ੍ਰਾਈਮ ਦੇ ਵਿਕਟਮ ਤੇ ਅਸੀਂ ਸਭ ਤੋਂ ਵੱਧ ਅਸੀਂ ਬਣੇ ਨਾ ਇਸ ਕੰਟਰੀ 'ਚ ਆ ਕੇ ਜੀ ਤੇ ਉਹ ਤੋਂ ਬਾਅਦ ਸਾਡੀ ਰੈਕੋਗਨੀਸ਼ਨ ਹੋਈ ਆ ਜੀ ਤੇ ਇਸ ਕਰਕੇ ਸਾਡਾ ਜਿੰਨਾ ਵੀ ਪ੍ਰਬੰਧ ਵਾ ਜਿਹੜਾ ਫਾਇਰ ਡਿਪਾਰਟਮੈਂਟ ਆ ਉਹਨੇ ਵੀ ਮਾਰਚ ਕਰਨਾ ਹਾਂਜੀ। ਜਿਹੜਾ ਇਮੀਗ੍ਰੇਸ਼ਨ ਆ ਜਿਹਨੂੰ ਉੱਥੇ ਡਰਨ ਦੀ ਲੋੜ ਨਹੀਂ ਕਿਸੇ ਨੂੰ ਵੀ IC ਯੂਨਿਟ ਵਾਲੇ ਆ ਜਿਹੜੇ ਉਹਨਾਂ ਨੂੰ ਵੀ ਮਾਰਚ ਕਰਨਾ ਵਾਹ ਜੀ ਵਾਹ ਉਹਨਾਂ ਨੇ ਵੀ ਮਾਰਚ ਕਰਨਾ ਕਿਉਂਕਿ ਉਹਨਾਂ ਦੇ ਚੀਫ ਵੀ ਆਉਣੇ ਨੇ ਹਾਂਜੀ ਤੇ ਅਸੀਂ ਉਹਨਾਂ ਨੂੰ ਵੀ ਨਾਲ ਜਿਹੜਾ ਹੈ ਨਾ ਮਾਨ ਸਨਮਾਨ ਦੇਣਾ ਜੀ, ਬਿਲਕੁਲ। ਤੇ ਜਿਹੜੀ ਸਾਡੀ ਸਿਟੀ ਸਪੀਕਰ ਆ ਐਂਡਰੀਆ ਐਡਮ ਹਾਂਜੀ ਇਹਨੇ 3 ਸਾਡੇ ਕੋਡ ਨੇਮ ਜਿਹੜੇ ਸਟਰੀਟ ਦੇ ਚੇਂਜ ਕੀਤੇ ਨੇ ਹਾਂਜੀ ਇਹਨੇ 37 ਸਟਰੀਟ ਤੇ ਜਦੋਂ ਅਸੀਂ ਮਾਰਚ ਕਰਨਾ ਜੀ ਤੇ ਇਹ 12:30 ਵਜੇ ਉੱਥੇ ਪਹੁੰਚੇਗੀ ਵਾਹ ਜੀ ਵਾਹ ਬਾਕੀ ਗਵਰਨਰ ਦੇ ਆਫਿਸ ਚੋਂ ਜਿਹੜੀ ਉਹ ਕੈਥੀ ਹੋਕਲ ਜਿਹੜੀ ਉਹ ਗਵਰਨਰ ਆ ਉਹ ਸਪੈਸ਼ਲ ਤੌਰ ਤੇ ਕਿਤੇ ਬਿਜੀ ਆ ਹਾਂਜੀ ਪਰ ਉਹਨਾਂ ਦਾ ਜਿਹੜਾ ਰਿਪਰੈਜ਼ੈਂਟੇਟਿਵ ਆ ਜੀ ਉਹ ਉੱਥੇ ਆਏਗਾ ਜੀ ਬਾਕੀ ਜਿਹਦਾ ਸੈਨੇਟਰ ਨੇ ਜੌਨ ਲੂ ਆ ਜਿੰਨੇ ਵੀ ਸਾਡੇ ਸੈਨੇਟਰ ਨੇ ਜਾਂ ਅਸੈਂਬਲੀਮੈਨ ਨੇ ਜੀ। ਇਹ ਵੱਧ ਤੋਂ ਵੱਧ ਸਾਰੇ ਪਹੁੰਚ ਰਹੇ ਨੇ ਤੇ ਪ੍ਰਬੰਧ ਪੂਰਾ ਵਾ ਸੰਗਤਾਂ ਦੇ ਚਰਨਾਂ 'ਚ ਇਹੋ ਹੀ ਬੇਨਤੀ ਕੀਤੀ ਜਾਂਦੀ ਆ ਵੀ ਸਿੰਘੋ ਮੈਂ ਸਮਝਦਾ ਕਿ ਕਈ ਮੇਰੇ ਵੀਰ ਕਹਿੰਦੇ ਸੀ ਕਿ ਮੀਂਹ ਬਹੁਤ ਆ ਹਾਂਜੀ ਤੇ ਉਹ ਕੋਈ ਮੈਨੂੰ ਕਈ ਕਾਲਾਂ ਆਈਆਂ ਕਿ ਕਿਤੇ ਪਰੇਡ ਕੈਂਸਲ ਹੋ ਗਈ ਪਰੇਡ ਨਾ ਤੇ ਚੇਂਜ ਹੋਣੀ ਜੇ ਡੇਟ ਨਾ ਇਹ ਕੈਂਸਲ ਹੋਣੀ ਜੇ ਤੇ ਤੁਸੀਂ ਹੁਮ ਆ ਕੇ ਪਹੁੰਚੋ ਵੱਧ ਤੋਂ ਵੱਧ ਇਹ ਆ ਵੀ ਕੋਈ ਆਪਣੇ ਨਾਲ ਅੰਬਰੇਲਾ ਜ਼ਰੂਰ ਲੈ ਆਓ ਜੇ ਕੋਈ ਬੱਚਾ ਨਾਲ ਤੁਹਾਡੇ ਜੀ। ਬਾਕੀ ਹਰ ਤਰ੍ਹਾਂ ਦਾ ਪ੍ਰਬੰਧ ਵਾ ਹਰ ਇੱਕ ਬਲਾਕ ਦੇ ਉੱਤੇ ਜਿਹੜੇ ਆ ਬਾਥਰੂਮ ਨੇ ਜੀ ਹਰ ਇੱਕ ਬਲਾਕ ਦੇ ਉੱਤੇ ਤੁਹਾਡਾ ਹਰ ਤਰ੍ਹਾਂ ਦਾ ਪ੍ਰਬੰਧ ਵਾ ਇਸ ਕਰਕੇ ਜਿੰਨੇ ਮੇਰੇ ਵੀਰ ਭੈਣਾਂ ਵਾ ਆਪੋ ਆਪਣੇ ਫਲੋਟਾਂ ਦੇ ਮਗਰ ਚੱਲ ਕੇ ਆਓ ਜੀ। ਤੇ ਤਾਂ ਕਿ ਜਿਹੜਾ ਖਾਲਸਾ ਇਹ ਨਿਊਯਾਰਕ ਦੀਆਂ ਗਲੀਆਂ ਜਿਹੜਾ ਵਰਲਡ ਦੀ ਰਾਜਧਾਨੀ ਆ ਜਿਸ ਤਰ੍ਹਾਂ ਹਰ ਸਾਲ ਦੀ ਤਰ੍ਹਾਂ ਇਹਨੂੰ ਆਪਾਂ ਕੇਸਰੀ ਰੰਗ ਦੇ ਵਿੱਚ ਰੰਗੀਏ ਜੀ। ਤੇ ਜਿੰਨੇ ਵੀ ਸਾਡੇ ਇਲੈਕਟਡ ਅਫੀਸ਼ੀਅਲ ਆ ਉਹਨਾਂ ਨੂੰ ਵੀ ਪਤਾ ਲੱਗੇ ਜਿਹੜੇ ਦੂਏ ਧਰਮਾਂ ਦੇ ਲੋਕ ਆ ਕਿਉਂਕਿ ਉਹਨਾਂ ਨੂੰ ਲਿਟਰੇਚਰ ਜਿਹੜਾ ਉਹ ਵੰਡਿਆ ਜਾਣਾ ਜੀ ਉਹ ਇੰਗਲਿਸ਼ ਦੇ ਵਿੱਚ ਵੰਡਿਆ ਜਾਣਾ ਨਾਲ ਦੀ ਨਾਲ ਸਾਈਡ ਤੇ ਤਾਂ ਕਿ ਉਹਨਾਂ ਨੂੰ ਪਤਾ ਲੱਗੇ ਕਿ ਸਿੱਖ ਕੌਮ ਕੌਣ ਆ ਬਿਲਕੁਲ। ਕਿਉਂਕਿ ਅਸੀਂ ਲੰਗਰ ਲਾਉਣ ਵਾਸਤੇ ਤੇ ਦੁਨੀਆ ਭਰ ਚ ਜਾਂਦੇ ਆ ਹਾਂਜੀ ਤੇ ਅਸੀਂ ਨਾਲ ਸਿੱਖੀ ਦਾ ਪ੍ਰਚਾਰ ਵੀ ਕਰਨਾ ਵੀ ਉਹਨਾਂ ਨੂੰ ਪਤਾ ਲੱਗਣਾ ਚਾਹੀਦਾ ਵੀ ਲੋਕ ਹੈ ਕੌਣ ਨੇ ਐਂਡ ਇਹ
ਇਹ ਜੈਨੂਇਨ ਕੁਐਸਚਨ ਉੱਠਦੇ ਹੈ ਸਾਡੇ ਨਾਲ ਵੀ ਬਹੁਤ ਹੁੰਦਾ ਹੈ ਕਿ ਉਹ ਇਹ ਲੋਕੀ ਇਸ ਤਰ੍ਹਾਂ ਕਿਉਂ ਤਿਆਰ ਹੋਏ ਹਨ, ਇਹਨਾਂ ਦੀ ਪੱਗਾਂ ਦਾ ਕੀ ਅਹਿਮੀਅਤ ਹੈ, ਇਹ ਦਸਤਾਰ ਕਿਸ ਤਰ੍ਹਾਂ ਬੰਨ੍ਹਦੇ ਹੈ, ਇਹ ਗੱਤਕਾ ਕਿਉਂ ਖੇਡਦੇ, ਇਹ ਬੱਚੇ ਨਿੱਕੇ ਨਿੱਕੇ ਕਿਰਪਾਨਾਂ ਲੈ ਕੇ ਕਿਸ ਤਰ੍ਹਾਂ ਅੱਗੇ ਵਧਦੇ, ਇਹ ਸਾਰੀ ਚੀਜ਼ਾਂ ਬਾਰੇ ਲੋਕੀ ਪੁੱਛਦੇ ਹੈ, ਸਾਨੂੰ ਵੇਖ ਕੇ ਪੁੱਛਦੇ ਹੈ। ਕੰਗ ਸਾਹਿਬ ਤੁਸੀਂ ਇੱਕ ਛੋਟੀ ਜਿਹੀ ਗੱਲ ਮੈਂ ਹੋਰ ਕਰਨੀ ਹਾਂਜੀ। ਇੱਕ 2-4 ਮੇਰੇ ਵੀਰ ਆ ਜਿਹੜੇ ਕਿ ਸਿੱਖ ਦੇ ਪਰੇਡ ਦੇ ਨਾਂ ਤੇ ਆਪਣਾ ਫੰਡ ਇਕੱਠਾ ਕਰਨਾ ਸ਼ੁਰੂ ਕਰਤਾ ਸੀ, ਉਹ ਗਲਤ ਕਰਦੇ ਨੇ। ਕੋਈ ਸਿੱਖ ਖਾਲਸੇ ਦਾ ਕੋਈ ਆਪਾਂ ਡੋਨੇਸ਼ਨ ਨਹੀਂ ਇਕੱਠੀ ਕਰ ਸਕਦੇ, ਕੋਈ ਗੋ ਫੰਡ ਨਹੀਂ ਇਕੱਠਾ ਕਰ ਸਕਦੇ। ਮਹਾਰਾਜ ਨੇ ਗੁਰੂ ਗੋਬਿੰਦ ਨੇ ਸਭ ਕੁਝ ਦਿੱਤਾ ਵਾ, ਉਹ ਇਸ ਕਰਕੇ ਉਹਨਾਂ ਵੀਰਾਂ ਨੂੰ ਬੇਨਤੀ ਕਰਦੇ ਆ ਵੀ ਕੋਈ ਵੀ ਗੋ ਫੰਡ ਨਾ ਇਕੱਠਾ ਕੀਤਾ ਜਾਵੇ, ਕਿਉਂਕਿ ਇਹ ਜਿਹੜਾ ਸਾਡੀ ਪਰੇਡ ਵਾ ਇਹ ਤੇ ਨਾ ਤੁਸੀਂ ਕੋਈ ਕਲੈਕਸ਼ਨ ਕਰ ਸਕਦੇ ਆ, ਨਾ ਤੁਸੀਂ ਕੋਈ ਚੀਜ਼ ਵੇਚ ਸਕਦੇ ਆ। ਜਦੋਂ ਪਰਮਿਟ ਲਈਦੇ ਨੇ ਇਹੋ ਜੀ ਕੋਈ ਵੀ ਬੰਦਾ ਜਿਹੜੀ ਉਹ ਵਾਇਲੇਸ਼ਨ ਦੀ ਕਰਨ ਦੀ ਕੋਈ ਕੋਸ਼ਿਸ਼ ਨਾ ਕਰੇ। ਜੀ ਆਮ ਸੋ ਗਲੈਡ ਕੰਗ ਸਾਹਿਬ ਤੁਸੀਂ ਇਸ ਚੀਜ਼ ਨੂੰ ਪਹਿਲੇ ਤੋਂ ਹੀ ਕਲੀਅਰ ਕਰਤਾ। ਮਾੜੀ ਗੱਲ ਇਹ ਬਹੁਤ ਹੈਗੀ ਸੋਚ ਕੇ ਕਿ ਆਪਣੀ ਪਰੇਡ ਨੂੰ ਲੈ ਕੇ ਲੋਕੀ ਆਪਦੇ ਖੁਦ ਪੋਕਟਾਂ ਪਾ ਰਹੇ, ਇਹੋ ਜਿਹੇ ਕੰਮਾਂ ਦੇ ਵਿੱਚ ਤੁਸੀਂ ਨਾ ਪਾਓ। ਅਗਰ ਕੋਈ ਇਹੋ ਜਿਹੇ ਕੰਮ ਕਰਦਾ ਸਾਨੂੰ ਦੱਸੋ, ਅਸੀਂ ਉਹਨਾਂ ਉੱਤੇ ਸਟੋਰੀ ਕਰਾਂਗੇ। ਅੱਜ ਅਸੀਂ ਭਾਵੇਂ ਪ੍ਰੋਗਰਾਮ ਤੁਹਾਡੇ ਨਾਲ ਨਿਊਯਾਰਕ ਤੋਂ ਪੇਸ਼ ਕਰ ਰਹੇ ਹਾਂ, ਬਟ ਜਿਸ ਪਰੇਡ ਬਾਰੇ ਜਾਣਕਾਰੀ ਮੈਂ ਦੇ ਰਹੀ ਹਾਂ ਉਹ ਦੁਨੀਆ ਦੀ ਕੈਪੀਟਲ ਦੇ ਵਿੱਚ ਹੁੰਦੀ ਹੈ। ਬਿਕੋਜ਼ ਦੁਨੀਆ ਤੋਂ ਸਾਰੇ ਲੋਕੀ ਪਹੁੰਚ ਕੇ ਨਿਊਯਾਰਕ ਸਿਟੀ ਦੇ ਵਿੱਚ ਇਹ ਸੋਚਦੇ ਆ ਕਿ ਇਸ ਸ਼ਹਿਰ ਦੇ ਵਿੱਚ ਮੈਂ ਕੁਝ ਵੀ ਬਣ ਸਕਦਾ, ਮੈਂ ਕੁਝ ਵੀ ਕਰ ਸਕਦਾ। If you make it here, you can make it anywhere. And मैं तुहानू ये दसना चाहती हूँ कि न्यूयॉर्क सिटी दे विच पंजाबियां ने डेफिनेटली वो जगह कमाई है। पंजाबियां नू कहा जाता है कि इत्थे अपना गढ़ है, मिनी पंजाब बनया होया है। जिथे वो गढ़ जमदा है उत्थे साडा गुरुद्वारा 118 सिख कल्चरल सोसाइटी इतिहासिक गुरुद्वारा ईस्ट कोस्ट दा जमया होया है। ते अज ਉਹਨਾਂ ਦੀ ਐਗਜ਼ੀਕਿਊਟਿਵ ਟੀਮ ਲੀਡਰਸ਼ਿਪ ਇੱਥੇ ਪਹੁੰਚੀ ਹੋਈ ਹੈ ਇਸ ਪਰੇਡ ਦੀ ਸਾਰੀ ਜਾਣਕਾਰੀ ਦੇਣ ਲਈ। ਇੱਕ ਵਾਰੀ ਫਿਰ ਸਾਰਿਆਂ ਨੂੰ ਸਵਾਗਤ ਕਰਦੇ ਹਾਂ ਪ੍ਰੋਗਰਾਮ ਦੇ ਵਿੱਚ। ਗੁਰਦੇਵ ਸਿੰਘ ਕੰਗ ਜੀ, ਤੁਸੀਂ ਸਾਨੂੰ ਸਾਰੀ ਉਹ ਜਾਣਕਾਰੀ ਦਿੱਤੀ, ਖਾਸ ਕਰਕੇ ਜੋ ਸਾਡੇ ਲੰਗਰ ਦੀ ਸੇਵਾ ਕਰ ਰਹੇ ਉਹਨਾਂ ਲਈ ਬਹੁਤ ਇੰਪੋਰਟੈਂਟ ਹੈਗੀ। ਐਤਕੀ ਕੁਝ ਨਵੇਂ ਤੁਹਾਨੂੰ ਪ੍ਰੈਪਰੇਸ਼ਨਸ ਕਰਨੀਆਂ ਪੈਣੀਆਂ, ਖਾਸ ਕਰਕੇ ਦਾੜੇ ਨੂੰ ਲੈ ਕੇ। ਹਰਬੰਸ ਸਿੰਘ ਢਿੱਲੋਂ ਜੀ, ਮੈਂ ਚਾਹਾਂਗੀ ਕਿ ਤੁਸੀਂ ਵੀ ਇੱਕ ਬਹੁਤ ਵੱਡਾ ਲੀਡਰਸ਼ਿਪ ਰੋਲ ਲਿਆ ਹੈ ਐਤਕੀ ਪਲੈਨਿੰਗ ਦੇ ਵਿੱਚ, ਸਾਰਿਆਂ ਦਾ ਬਹੁਤ ਐਫਰਟ ਹਾਰਡ ਵਰਕ ਰਿਹਾ। ਢਿੱਲੋਂ ਸਾਹਿਬ ਤੁਸੀਂ ਕੀ ਕਹਿਣਾ ਚਾਹੋਗੇ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਮੈਂ ਜਸ ਪੰਜਾਬੀ ਨੂੰ ਇਸ ਗੱਲ ਦੀ ਵਧਾਈ ਦਿੰਦਾ ਹਾਂ ਕਿ ਸਭ ਤੋਂ ਪਹਿਲਾਂ ਜਦੋਂ ਇੱਕ ਇੱਥੇ ITV ਚੈਨਲ ਹੁੰਦਾ ਸੀ, ਬੜੀ ਮੁਸ਼ਕਿਲ ਨਾਲ ਸਾਨੂੰ ਪੈਸੇ ਭਰ ਕੇ ਟਾਈਮ ਮਿਲਦਾ ਸੀ। ਪਰ ਜਦੋਂ ਦੇ ਜਸ ਪੰਜਾਬੀ ਭੈਣ ਜੀ ਫੈਨੀ ਹੁਣੀ ਆਏ ਆ, ਅਸੀਂ ਦੇਖਦੇ ਹਰ ਸਾਡਾ ਜਿਹੜਾ ਪ੍ਰੋਗਰਾਮ ਆ ਉਹ ਹਮੇਸ਼ਾ ਸਿੱਖ ਡੇ ਪਰੇਡ 'ਤੇ ਕਵਰ ਕਰਦੇ ਆ, ਪਰ ਸਾਡੇ ਗੁਰਦੁਆਰੇ ਨੂੰ ਵੀ ਜਿੱਦਾਂ ਸਵੇਰੇ ਅਤੇ ਸ਼ਾਮ ਨੂੰ ਮਤਲਬ ਦੋਨੋਂ ਟਾਈਮ ਕਵਰ ਕਰਦੇ ਆ। ਅਸੀਂ ਇਸ ਗੱਲ ਦੀ ਵਧਾਈ ਦਿੰਦੇ ਹਾਂ। ਦੂਸਰਾ ਮੈਂ ਦੱਸਣਾ ਚਾਹੁੰਦਾ ਹਾਂ ਜ਼ਰੂਰੀ ਕਿ ਜਿਹੜੀ ਇਹ ਪਰੇਡ ਜਦੋਂ ਇੰਡੀਆ ਗੌਰਮੈਂਟ ਨੇ, ਇੰਦਰਾ ਗਾਂਧੀ ਦੀ ਗੌਰਮੈਂਟ ਨੇ 1984 ਦੇ ਵਿੱਚ ਸਾਡੇ 38 ਗੁਰਦੁਆਰਿਆਂ 'ਤੇ ਅਟੈਕ ਕੀਤੇ ਅਤੇ ਬੇਕਸੂਰ ਸਿੰਘਾਂ ਨੂੰ ਉੱਥੇ ਮਾਰਿਆ। ਅਤੇ ਉਸ ਵੇਲੇ ਦੇ ਜਿਹੜੇ ਸਾਡੇ ਲੀਡਰ ਮੰਗਟ ਸਾਹਿਬ ਸੀ ਨਿਊਯਾਰਕ ਦੇ ਵਿੱਚ, ਉਹਨਾਂ ਨੇ ਇਹ ਪਰੇਡ ਜਿਹੜੀ ਨਗਰ ਕੀਰਤਨ ਅਸੀਂ ਕੱਢਦੇ ਹਾਂ ਉਦੋਂ ਅਪਲਾਈ ਕੀਤਾ। ਅਤੇ ਜਿਹੜੀ ਨਿਊਯਾਰਕ ਸਿਟੀ ਜਿਹਨੂੰ ਤੇਜ਼ ਰਫ਼ਤਾਰ ਵੀ ਅਸੀਂ ਕਹਿੰਦੇ ਹਾਂ, ਦੁਨੀਆ ਦੀ ਕੈਪੀਟਲ ਵੀ ਕਹੀਦਾ ਇਹਨਾਂ ਨੂੰ, ਇਸ ਸਿਟੀ ਦੇ ਵਿੱਚ ਉਦੋਂ ਸਿਰਫ ਕੰਟਰੀਆਂ ਜਿਹੜੀਆਂ ਦੇਸ਼ ਕੋਈ ਰੈਕਗਨਾਈਜ਼ ਆ ਉਹਨਾਂ ਨੂੰ ਪਰੇਡ ਕੱਢਣ ਦੀ ਪਰਮਿਸ਼ਨ ਦਿੰਦੇ ਸੀ। ਪਰ ਉਸ ਵੇਲੇ ਦੇ ਜਿਹੜੇ ਸਾਡੇ ਲੀਡਰ ਸੀ ਸਾਰੇ, ਉਹਨਾਂ ਲੀਡਰਾਂ ਨੇ ਇਕੱਠੇ ਹੋ ਕੇ ਇਹ ਜਿਹੜੀ ਪਰੇਡ ਆ ਇਹਦੇ ਪਰਮਿਟ ਅਪਲਾਈ ਕੀਤੇ ਅਤੇ ਸਾਨੂੰ ਜਿਹੜੀ ਨਿਊਯਾਰਕ ਸਿਟੀ ਦੇ ਵਿੱਚ ਇਹ ਪਰੇਡ ਕੱਢਣ ਦੀ, ਵਿਸਾਖੀ ਦੇ ਦਿਨ ਪਰੇਡ ਕੱਢਣ ਦੀ ਸਾਨੂੰ ਪਰਮਿਸ਼ਨ ਮਿਲੀ। ਇਸ ਵੇਲੇ ਜਿਹੜੀ ਸਾਡੀ 35ਵੀਂ ਸਿੱਖ ਡੇ ਪਰੇਡ ਜਿਹੜੀ ਅਸੀਂ ਮੈਨਹਾਟਨ ਦੇ ਵਿੱਚ 19 ਅਪ੍ਰੈਲ ਨੂੰ ਦਿਨ ਸ਼ਨੀਚਰਵਾਰ ਨੂੰ 29 ਅਪ੍ਰੈਲ ਨੂੰ ਦਿਨ ਸ਼ਨੀਚਰਵਾਰ ਨੂੰ ਅਸੀਂ ਮੈਨਹਾਟਨ ਦੇ ਵਿੱਚ ਕੱਢਣ ਜਾ ਰਹੇ ਹਾਂ। ਮੈਂ ਸਮਝਦਾ ਵੀ ਇਹਦੇ ਵਿੱਚ ਜਿੱਦਾਂ ਮੇਰੇ ਤੋਂ ਪਹਿਲੋਂ ਸਾਡੇ ਸਾਰੀ ਮੈਨੇਜਮੈਂਟ ਨੇ ਦੱਸਿਆ, ਮੈਂ ਸਮਝਦਾ ਵੀ ਨਿਊਯਾਰਕ ਸਿਟੀ ਦੀ ਜਿਹੜੀ ਪੁਲਿਸ ਆ ਉਹਦਾ ਬਹੁਤ ਜ਼ਿਆਦਾ ਸਹਿਯੋਗ ਹੈ ਸਾਡੇ ਨਾਲ। ਜਿਸ ਤਰ੍ਹਾਂ ਕਿ ਮੈਨਹਾਟਨ ਦੇ ਵਿੱਚ ਪੁਲਿਸ ਆ ਉਹ ਸਾਨੂੰ ਸਹਿਯੋਗ ਕਰਦੀ ਆ, ਅਤੇ ਨਾਲ ਦੀ ਨਾਲ ਜਿਹੜੀ 102 ਪੁਲਿਸਿੰਗ ਆ ਜਿਹਦਾ ਕੈਪਟਨ ਕੈਵਲੀਨ ਆ, ਉਹ ਬਹੁਤ ਵੱਡੀ ਸਾਡੀ ਹੈਲਪ ਕਰਦਾ ਹਮੇਸ਼ਾ। ਹੁਣ ਵੀ ਉਹਨਾਂ ਨੇ 2 ਗੱਡੀਆਂ ਉਹਨਾਂ ਨੇ ਜਿੱਦਣ ਬੱਸਾਂ ਤੋਰਨੀਆਂ ਉੱਥੇ ਭੇਜਣਗੇ, ਉਹ ਬੱਸਾਂ ਨੂੰ ਲਾਈਨ ਬਾਈ ਤੋਰ ਕੇ ਅਤੇ ਉੱਥੇ ਸਾਰਿਆਂ ਨੂੰ ਬਿਠਾਉਣਗੇ।
दूसरा इस वेले जिहड़ी नवीं गल हुई इस गुरुद्वारे दे विच सिख कल्चर सोसाइटी दे विच मैं समझदा बई ये पहली बार होया बई मनदे भी जिहड़ा साडा प्रधान सीगा जिहड़ा नवां प्रधान बनिया कोई प्रॉब्लम पै गई थोड़ी जी उत्थे वो रुक गए वो नहीं आ सके पर मैं समझदा ये बड़ी वड्डी गल आ एक्चुअली दोनों प्रधान जिहड़ा पहला ते हुण आउण वाला प्रधान आ जिहड़े इकट्ठे हो के वो जस पंजाबी ते आए आ। मैं इन्हां नूं ये भी रिक्वेस्ट करदा भी आउण वाले दिनां दे विच असीं ਇਹ ਦੁਨੀਆ ਦੇ ਗੁਰਦੁਆਰਿਆਂ ਦੇ ਵਿੱਚ ਜਿਹੜੇ ਵੀ ਜਿੰਨੇ ਵੀ ਗੁਰਦੁਆਰੇ ਆ ਉਹਨਾਂ ਵਿੱਚ ਜਿਹੜਾ ਇਹ ਇਕੱਠਤਾ ਦਾ ਅਸੀਂ ਸਬੂਤ ਦਿਖਾਈਏ ਤਾਂ ਕਿ ਜਿਹੜੇ ਬਾਕੀ ਗੁਰਦੁਆਰਿਆਂ ਦੇ ਵਿੱਚ ਇਲੈਕਸ਼ਨਾਂ ਹੁੰਦੀਆਂ ਉਹ ਇਲੈਕਸ਼ਨ ਨਾ ਹੋਣ ਤੇ ਸਰਬਸੰਮਤੀ ਦੇ ਨਾਲ ਜਿੱਦਾਂ ਸਿੱਖ ਕਲਚਰ ਸੁਸਾਇਟੀ ਦੇ ਵਿੱਚ ਹੋਇਆ ਇਦਾਂ ਹੋ ਸਕੇ। ਦੂਸਰਾ ਜਿਹੜੀ 102 ਪੁਲਿਸਿੰਗ ਆ ਉਹਦੇ ਵਿੱਚ ਮੈਂ ਸਰਜਨ ਇਨ ਆਰਮ ਦਾ ਮੇਰੇ ਕੋਲ ਅਹੁਦਾ ਮਿਲਿਆ ਹੋਇਆ ਉਹ ਜਿਹੜੀ 102 ਪੁਲਿਸਿੰਗ ਆ ਉਹਦੇ ਬਾਰੇ ਅਸੀਂ ਸਭ ਕੁਝ ਜਿਹੜੇ ਸਾਡੇ ਧਾਰਮਿਕ ਚਿੰਨ੍ਹ ਆ ਉਹਨਾਂ ਬਾਰੇ ਵੀ ਉਹਨਾਂ ਨੂੰ ਦੱਸਿਆ ਹੋਇਆ ਜਿੱਦਾਂ ਪਹਿਲੋਂ ਕੋਈ ਸ੍ਰੀ ਸਾਹਿਬ ਪਾ ਕੇ ਫੜਿਆ ਜਾਂਦਾ ਉਹਨਾਂ 'ਤੇ ਕੇਸ ਬਣਦੇ ਸੀ ਪਰ ਹੁਣ ਇਹ ਵੀ ਗੱਲ ਆ ਵੀ ਜਦੋਂ ਅਸੀਂ ਕੋਈ ਰੰਗਰੂਟ 102 ਦੇ ਵਿੱਚ ਆਉਂਦੇ ਆ ਜਾਂ ਹੋਰ ਜਾਂਦੇ ਆ ਜਿਹੜੇ ਸਾਡੇ ਕਮਿਊਨਿਟੀ ਲੀਡਰ ਆ ਉਹਨਾਂ ਨੂੰ ਜਾ ਕੇ ਦੱਸਦੇ ਆ ਸਾਡੇ ਧਰਮ ਬਾਰੇ ਦੱਸਦੇ ਆ ਗੁਰਬਾਣੀ ਬਾਰੇ ਦੱਸਦੇ ਆ ਹੁਣ ਸਾਨੂੰ ਇਹੋ ਜਿਹੀ ਕੋਈ ਪ੍ਰੋਬਲਮ ਨਹੀਂ ਆਉਂਦੀ। ਦੂਸਰਾ ਮੈਂ ਇਹ ਜ਼ਰੂਰ ਕਹਿਣਾ ਚਾਹੁੰਦਾ ਵੀ ਜਿਹੜੇ ਸਾਡੇ ਲੀਡਰ ਜਿਹੜੇ ਆਉਂਦੇ ਆ ਇੱਥੇ ਬਾਹਰਲੇ ਲੀਡਰ ਜਿਹੜੇ ਇੱਥੋਂ ਦੇ ਮੇਅਰ ਆ ਸੈਨੇਟਰ ਆ ਕਾਂਗਰਸਮੈਨ ਆ ਸਿਟੀ ਕੌਂਸਲ ਆ ਅਸੈਂਬਲੀਮੈਨ ਆ ਇਹ ਸਾਰੇ ਪਹਿਲੋਂ ਸਾਨੂੰ ਬੜੀਆਂ ਕੋਸ਼ਿਸ਼ਾਂ ਕਰਕੇ ਇਹਨਾਂ ਨੂੰ ਸੱਦਣਾ ਪੈਂਦਾ ਸੀ ਪਰ ਹੁਣ ਇਹ ਆਪਣੇ ਆਪ ਸਾਨੂੰ ਚਿੱਠੀਆਂ ਲਿਖਦੇ ਆ ਵੀ ਤੁਸੀਂ ਸਾਨੂੰ ਉੱਥੇ ਸੱਦੋ ਅਸੀਂ ਇੱਥੇ ਆਉਣਾ ਚਾਹੁੰਦੇ ਹਾਂ। ਔਰ ਆਉਣ ਵਾਲੇ ਦਿਨਾਂ ਦੇ ਵਿੱਚ ਮੈਂ ਆਪਣੀ ਕਮਿਊਨਿਟੀ ਸਾਰੀ ਨੂੰ ਅਸੀਂ ਇਹ ਦੱਸਣਾ ਚਾਹੁੰਦੇ ਹਾਂ ਇਹ ਜਿਹੜੀ ਸਿੱਖ ਡੇ ਪਰੇਡ ਆ ਇਹ ਤੇ ਵੱਧ ਤੋਂ ਵੱਧ ਇਕੱਠ ਦਿਖਾਓ ਜਿਸ ਤਰ੍ਹਾਂ ਕਿ ਕੈਨੇਡਾ ਦੇ ਵਿੱਚ ਤਕਰੀਬਨ ਸਭ ਤੋਂ ਵੱਡਾ ਦੁਨੀਆ ਦਾ ਇਕੱਠ 7 ਤੋਂ 8 ਲੱਖ ਦਾ ਇਕੱਠ ਹੋਇਆ ਅਸੀਂ ਉਹਨਾਂ ਨੂੰ ਵੀ ਇਸ ਗੱਲ ਦੀ ਵਧਾਈ ਦਿੰਦੇ ਹਾਂ। ਅਸੀਂ ਇਹ ਵੀ ਬੇਨਤੀ ਕਰਦੇ ਹਾਂ ਸਾਰੇ ਨਿਊਯਾਰਕ ਅਤੇ ਟਰਾਈ ਸਟੇਟ ਦੀ ਸੰਗਤ ਨੂੰ ਵੀ ਤੁਸੀਂ ਵੱਧ ਤੋਂ ਵੱਧ ਨਿਊਯਾਰਕ ਜਾਂ ਹੋਰ ਕਿਤੇ ਵੀ ਕਿਸੇ ਵੀ ਸਟੇਟ ਦੇ ਵਿੱਚ ਤੁਸੀਂ ਰਹਿੰਦੇ ਹੋ ਇੱਥੇ ਜ਼ਰੂਰ ਪਹੁੰਚੋ ਤਾਂ ਕਿ ਜਿਹੜੀ ਇਹ ਪਰੇਡ ਜਿੱਦਾਂ ਕੈਨੇਡਾ ਦੇ ਵਿੱਚ ਨਿਕਲੀ ਆ ਅਸੀਂ ਵੀ ਆਪਣਾ ਇਕੱਠ ਦਿਖਾ ਸਕੀਏ ਤੇ ਇਕੱਠ ਦਿਖਾ ਕੇ ਜਿਹੜੇ ਸਿੱਖਾਂ ਦੇ ਰਹਿੰਦੇ ਕੰਮ ਅਧੂਰੇ ਕੰਮ ਆ ਉਹ ਅਸੀਂ ਇਸ ਪਰੇਡ ਦੇ ਵਿੱਚ ਇਕੱਠ ਦਿਖਾ ਕੇ ਜਿਸ ਤਰ੍ਹਾਂ ਕਿ ਇੱਕ ਸਕੂਲ ਫਿਊਨਰਲ ਹੋਮ ਜਿਹੜਾ ਬਹੁਤ ਜ਼ਰੂਰੀ ਸਾਨੂੰ ਚਾਹੀਦਾ ਜਿਸ ਤਰ੍ਹਾਂ ਕਿ ਸਾਡੇ ਇੱਥੇ 3 ਸੈਨ ਲੱਗੇ ਆ ਜਿੱਦਾਂ ਗੁਰੂ ਨਾਨਕ ਵੇ ਹੁਣੇ ਥੋੜ੍ਹੇ ਦਿਨਾਂ ਤੋਂ ਪਹਿਲੋਂ ਲੱਗਾ ਵਾ ਅਸੀਂ ਜਿਹੜਾ ਇਹ ਸੈਨ ਤਾਂ ਅਸੀਂ ਲਵਾ ਲਿਆ ਪਰ ਅਸੀਂ ਜਿਹੜੀ ਸੰਗਤ ਨੂੰ ਇਹ ਵੀ ਮੈਸੇਜ ਦੇਣਾ ਵੀ ਗੁਰੂ ਨਾਨਕ ਦਾ ਮੈਸੇਜ ਕੀ ਸੀ ਦੁਨੀਆ 'ਤੇ ਕਿਸ ਤਰ੍ਹਾਂ ਅਸੀਂ ਚੱਲਣਾ ਕਿਸ ਤਰ੍ਹਾਂ ਵਿਚਰਨਾ ਕਿਸ ਤਰ੍ਹਾਂ ਸਾਡੀਆਂ ਦੂਸਰਾ ਮੈਂ ਇਹ ਵੀ ਕਹਿਣਾ ਚਾਹੁੰਦਾ ਹਾਂ ਕਿ ਜਿਹੜੇ ਸਾਡੇ ਵੀਰ ਭੈਣ ਭਰਾ ਸਾਡੇ ਬੇਟੇ ਬੇਟੀਆਂ ਨੌਕਰੀ ਕਰਦੇ ਆ ਜਿੱਦਾਂ ਹੌਸਪੀਟਲਾਂ ਦੇ ਵਿੱਚ ਡਾਕਟਰ ਆ ਜਾਂ ਇੰਜੀਨੀਅਰ ਆ ਜਾਂ ਹੋਰ ਡਿਪਾਰਟਮੈਂਟਾਂ ਦੇ ਵਿੱਚ ਆ ਜਾਂ ਗੌਰਮੈਂਟ ਦੇ ਡਿਪਾਰਟਮੈਂਟ ਦੇ ਵਿੱਚ ਆ ਉਹ ਜ਼ਰੂਰ ਇੱਥੇ ਪਹੁੰਚੋ ਤਾਂ ਕਿ ਤੁਸੀਂ ਇਸ ਪਰੇਡ ਦੇ ਵਿੱਚ ਇਕੱਠ ਦਿਖਾ ਕੇ ਜਿਹੜੀਆਂ ਆਪਣਾ ਡਿਮਾਂਡਾਂ ਨਿਊਯਾਰਕ ਸਿਟੀ ਦੇ ਵਿੱਚ ਉਹ ਸਿੱਖ ਪੂਰੀਆਂ ਕਰ ਸਕਣ। ਦੂਸਰਾ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਕਿ ਇਸ ਪਰੇਡ ਦੇ ਵਿੱਚ ਅਗਰ ਤੁਸੀਂ ਕੋਈ ਵੀ ਜਿੱਦਾਂ ਫਰੂਟ ਵੰਡਦੇ ਆ ਜਿੱਦਾਂ ਕੇਲੇ ਦੀ ਛਿਲਕ ਆ ਉਹ ਲਾਹ ਕੇ ਥੱਲੇ ਸੁੱਟ ਦਿੰਦੇ ਆ ਕੋਈ ਵੀ ਸਾਡਾ ਤਿਲਕ ਸਕਦਾ ਇਸ ਕਰਕੇ ਜ਼ਰੂਰੀ ਆ ਵੀ ਤੁਸੀਂ ਜੇ ਕੋਈ ਵੀ ਜਿੱਥੇ ਗਾਰਬੇਜ ਕੰਟੇਨਰ ਪਿਆ ਜਾ ਕੇ ਉਹਦੇ ਵਿੱਚ ਗਾਰਬੇਜ ਸਿੱਟੋ ਬਾਹਰ ਨਾ ਸਿੱਟੋ ਹਮੇਸ਼ਾ ਜਿਹੜੇ ਆ ਲਾਈਨਾਂ ਬਣਾ ਕੇ ਚੱਲੋ। ਲੰਗਰ ਦੀ ਕੋਈ ਪ੍ਰੋਬਲਮ ਨਹੀਂ ਗੀ ਉੱਥੇ ਬਹੁਤ ਵੱਡਾ ਲੰਗਰ ਲੱਗਾ ਹੋਇਆ ਲਾਈਨਾਂ ਚਲਾ ਕੇ ਇੱਕ ਦੂਜੇ ਦੀ ਲਾਈਨ ਨਾ ਤੋੜੋ ਲਾਈਨਾਂ ਚਲਾ ਕੇ ਲੰਗਰ ਛਕੋ। ਦੂਸਰਾ ਜਿਹੜਾ ਸਟੇਜ ਦੇ ਉੱਤੇ ਪ੍ਰੋਗਰਾਮ ਹੋਣਾ ਜਿੰਨੇ ਵੀ ਸਾਡੇ ਬਾਹਰੋਂ ਲੀਡਰ ਆਉਣੇ ਆ ਅਸੀਂ ਸਾਰਿਆਂ ਨੂੰ ਉੱਥੇ ਟਾਈਮ ਦੇਵਾਂਗੇ ਇੱਥੋਂ ਤੱਕ ਕਿ ਜਿਹੜੇ ਆਪਣੇ ਸਿੰਘ ਆ ਉਹਨਾਂ ਨੂੰ ਘੱਟ ਤੇ ਪੜ੍ਹੇ ਲਿਖੇ ਮੁੰਡਿਆਂ ਨੂੰ ਜਿੱਦਾਂ ਪਹਿਲੋਂ ਪ੍ਰਧਾਨ ਸਾਹਿਬ ਕਹਿ ਗਏ ਆ ਉਹਨਾਂ ਨੂੰ ਵੀ ਜ਼ਰੂਰ ਟਾਈਮ ਦਿੱਤਾ ਜਾਊ। ਔਰ ਅਸੀਂ ਇਹ ਵੀ ਬੇਨਤੀ ਕਰਦੇ ਹਾਂ ਕਿ ਸਾਡੇ ਬੱਚੇ ਜਿਹੜੇ ਆ ਜਿੰਨੇ ਵੀ ਆ ਆਪਣੇ ਮਾਂ ਪਿਓ ਨੂੰ ਬੱਚਿਆਂ ਨੂੰ ਜ਼ਰੂਰ ਪੜ੍ਹਾਓ ਤਾਂ ਕਿ ਜਿਹੜੇ ਉਹ ਬੱਚੇ ਸਾਡੇ ਆਉਣ ਵਾਲੇ ਦਿਨਾਂ ਦੇ ਵਿੱਚ ਵੱਡੇ ਤੋਂ ਵੱਡੀਆਂ ਜੋਬਾਂ 'ਤੇ ਜਾ ਸਕਣ। ਅਖੀਰ ਨੂੰ ਮੈਂ ਇਹ ਵੀ ਕਹਿਣਾ ਚਾਹੁੰਦਾ ਹਾਂ ਕਿ ਕੋਈ ਵੀ ਇਸ ਪਰੇਡ ਦੇ ਵਿੱਚ ਥੋੜ੍ਹਾ ਮੌਸਮ ਦੀ ਖਰਾਬੀ ਆ ਪਰ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਇਹ ਜਿਹੜਾ ਮੌਸਮ ਬਿਲਕੁਲ ਸਾਫ਼ ਰਹੂਗਾ। ਦੂਸਰਾ ਮੈਂ ਸਿੱਖ ਕਲਚਰ ਸੁਸਾਇਟੀ ਵੱਲੋਂ ਅਤੇ ਸੰਤ ਬਾਬਾ ਪ੍ਰੇਮ ਸਿੰਘ ਸੁਸਾਇਟੀ ਵੱਲੋਂ ਸਾਰੇ ਸੇਵਾਦਾਰਾਂ ਨੂੰ ਇਹ ਬੇਨਤੀ ਕਰਦਾ ਹਾਂ ਵੀ ਤੁਸੀਂ ਉੱਥੇ ਪਹੁੰਚੋ। ਅਗਰ ਕੋਈ ਇਹ ਨਹੀਂਗਾ ਵੀ ਆਪਾਂ ਤੁਰਨਾ ਹੀ ਆ ਜਿੰਨੇ ਸੇਵਾਦਾਰ ਆ ਕੋਈ ਵੀ ਉੱਥੇ ਕੰਮ ਤੁਹਾਨੂੰ ਪੈਂਦਾ ਉਹ ਕੰਮ ਜ਼ਰੂਰ ਕਰੋ। ਜੇ ਕੋਈ
ਸਿੰਘ ਜਾਂ ਸਿੰਘਣੀ ਜਾਂ ਕੋਈ ਵੀਰ ਭੈਣ ਭਰਾ ਸਾਡਾ ਘਰ ਵਿਸੜ ਦਿੰਦਾ ਉਹਨੂੰ ਚੱਕ ਕੇ ਕੰਟੇਨਰ ਦੇ ਵਿੱਚ ਸੁੱਟੋ। ਇਹ ਜ਼ਰੂਰੀ ਬੇਨਤੀ ਆ। ਕੇਸਰੀ ਦਸਤਾਰਾਂ, ਕੇਸਰੀ ਚੁੰਨੀਆਂ, ਵਧੀਆ ਡਰੈਸ ਪਾ ਕੇ ਤੁਸੀਂ ਇਸ ਪਰੇਡ ਦੇ ਵਿੱਚ ਸ਼ਾਮਲ ਹੋ, ਤਾਂ ਕਿ ਅਸੀਂ ਆਪਣੀ ਜਿਹੜੀ ਸਿੱਖੀ ਆ, ਜਿਹੜਾ ਸਾਡੀ ਗੁਰਬਾਣੀ ਆ, ਸਾਡੇ ਗੁਰੂ ਗ੍ਰੰਥ ਸਾਹਿਬ ਆ, ਸਾਡੇ ਗੁਰੂ ਆ, ਸਾਡੇ ਭਗਤ ਆ, ਉਹਨਾਂ ਬਾਰੇ ਸਾਰੀ ਦੁਨੀਆ ਨੂੰ ਇਸ ਪਰੇਡ ਦੇ ਰਾਹੀਂ ਦੱਸ ਸਕੀ ਜੀ। ਥੈਂਕ ਯੂ ਸੋ ਮਚ ਢਿੱਲੋਂ ਸਾਹਿਬ, ਜਿੰਨੇ ਜਜ਼ਬੇ ਦੇ ਨਾਲ ਤੁਸੀਂ ਬੋਲੇ ਹੋ, ਮੈਨੂੰ ਯਕੀਨ ਹੈ ਕਿ ਜੋ ਵੀ ਦਰਸ਼ਕ ਸਾਡੇ ਸੁਣ ਰਹੇ ਹੈ ਉਹ ਪਹੁੰਚਣਗੇ, ਵੱਡੀ ਗਿਣਤੀ ਦੇ ਵਿੱਚ ਸੱਜ ਧੱਜ ਕੇ ਪਹੁੰਚਣਗੇ। ਜ਼ਿਆਦਾ ਸਮਾਂ ਨਹੀਂ ਹੈਗਾ ਸਾਡੇ ਕੋਲ, ਬਟ ਮੈਂ ਜਾਂਦੇ ਜਾਂਦੇ ਬਲਕਾਰ ਜੀ ਤੁਹਾਡੇ ਤੋਂ ਵੀ ਕੁਝ ਲਫ਼ਜ਼ ਸੁਣਨਾ ਚਾਹੁੰਦੀ ਹਾਂ। ਵਾਹਿਗੁਰੂ ਖਾਲਸਾ, ਵਾਹਿਗੁਰੂ ਜੀ ਫਤਿਹ। ਪਹਿਲਾਂ ਤਾਂ ਮੈਂ ਜਸ ਪਿਆਰੀ ਦਾ ਧੰਨਵਾਦ ਕਰ, ਜਿਹੜਾ ਕਿ ਆ ਸਿੱਖ ਦੇ ਪਰੇਡ ਸਾਰੇ ਵੜ ਦਿਖਾ ਰਹੇ ਹੋ, ਤੁਹਾਡਾ ਬਹੁਤ ਬਹੁਤ ਧੰਨਵਾਦ। ਬਾਕੀ ਜਿਹੜਾ ਸਾਡਾ ਲੰਗਰ ਦੀ ਪ੍ਰਥਾ ਚੱਲ ਰਹੀ ਹੈ, 555 ਸਾਲ ਹੋ ਗਏ ਬਾਬੇ ਨਾਨਕ ਨੇ ਲੰਗਰ ਲਾਇਆ ਸੀ। ਉਹ ਜਿਹੜਾ ਲੰਗਰ ਲਾਇਆ ਸੀ ਉਹ 20 ਰੁਪਏ ਦਾ ਲਾ ਗਏ ਨੇ, ਉਹਦਾ ਅਜੇ ਤੱਕ ਵਿਆਜ ਨਹੀਂ ਮੁੱਕਦਾ, 20 ਰੁਪਏ ਤਾਂ ਉੱਦਾਂ ਹੀ ਪਏ ਨੇ। ਇਹ ਸਿੱਖਾਂ ਦਾ ਇੱਕ ਮਾਣ ਹੈ ਜੀ। ਕੋਈ ਫਰੀ ਨਹੀਂ ਲੰਗਰ ਲਾਉਂਦਾ, ਕੋਈ ਜਿੱਥੇ ਕੋਈ ਹੁੰਦੀ ਹਰ ਕੋਈ ਚੀਜ਼ ਮੁੱਲ ਵੇਚਦਾ ਹੈ। ਇੱਕ ਸਿੱਖ ਹੀ ਹੈਗੇ ਨੇ ਕਿ ਜਿਹੜਾ ਫਰੂਟ ਜਾਂ ਫੂਡ ਕੋਈ ਵੀ ਹੈਗੀ ਚੀਜ਼ ਨਾ ਇਹ ਫਰੀ ਦਿੰਦੇ ਹੈਗੇ ਆ। ਤੇ ਮੈਂ ਤੇ ਸਾਰਿਆਂ ਨੂੰ ਕਹਿੰਦਾ ਉੱਥੇ ਹਮੂਮਾ ਪਹੁੰਚ ਤੇ ਖੁਸ਼ੀਆਂ ਮਾਣੋ। ਵਾਹਿਗੁਰੂ ਖਾਲਸਾ ਤੇ ਵਾਹਿਗੁਰੂ ਫਤਿਹ। ਵਾਹਿ ਖਾਲਸਾ ਵਾਹਿ ਫਤਿਹ। ਮੈਂ ਦਰਸ਼ਕਾਂ ਨੂੰ ਦੱਸਣਾ ਚਾਹੁੰਦੀ ਹਾਂ, ਇਸ ਪ੍ਰੋਗਰਾਮ ਨੂੰ ਲੈ ਕੇ ਅਗਰ ਤੁਸੀਂ ਸਾਡੇ ਲਈ ਕੋਈ ਵੀ ਕੁਐਸਚਨਸ, ਕਮੈਂਟਸ, ਕੰਸਰਨਸ ਰੱਖਣਾ ਚਾਹੁੰਦੇ ਹੋ, ਜ਼ਰੂਰ ਤੁਸੀਂ ਸਾਨੂੰ ਈਮੇਲ ਕਰ ਸਕਦੇ ਹੋ info@justbroadcasting.com, ashmita@justbroadcasting.com। ਇੱਕ ਵਾਰੀ ਫਿਰ ਮੈਨੇਜਮੈਂਟ ਕਮੇਟੀ ਨੂੰ, ਲੀਡਰਸ਼ਿਪ ਨੂੰ, ਜੋ ਗੁਰਦੁਆਰਾ ਸਾਹਿਬ 118 ਸਿੱਖ ਕਲਚਰਲ ਸੁਸਾਇਟੀ ਤੋਂ ਇੱਥੇ ਪਹੁੰਚੀ, ਇੱਕ ਸਾਂਝ, ਇੱਕ ਜੁੱਟ ਹੋ ਕੇ ਇੱਥੇ ਪਹੁੰਚੀ ਹੈ, ਇੱਕ ਨਵਾਂ ਮੈਸੇਜ ਲੈ ਕੇ ਆਈ ਹੈ ਕਿ ਪੋਲੀਟਿਕਸ ਤੋਂ ਉੱਤੇ ਉੱਠ ਕੇ ਇਸ ਗੁਰਦੁਆਰਾ ਸਾਹਿਬ, ਇਸ ਪਰੇਡ ਦੀ ਮੈਨੇਜਮੈਂਟ ਅੱਗੇ ਵਧ ਰਹੀ ਹੈ। ਤੁਸੀਂ ਵੀ ਹੁਮਾ ਕੇ ਪਹੁੰਚੋ। ਇਸ ਸ਼ਨੀਵਾਰ ਅਪ੍ਰੈਲ 29 ਨੂੰ ਸਵੇਰੇ ਪਰੇਡ ਸ਼ੁਰੂ ਹੋ ਰਹੀ ਹੈ। ਅਗਰ ਤੁਹਾਨੂੰ ਪਰੇਡ ਤੱਕ ਪਹੁੰਚਣ ਲਈ ਕੋਈ ਹੈਲਪ ਦੀ ਲੋੜ ਹੈ, ਤੁਸੀਂ ਗੁਰਦੁਆਰਾ ਸਾਹਿਬ 118 ਤੇ ਪਹੁੰਚ ਸਕਦੇ ਹੋ। ਉੱਥੋਂ ਬੱਸਿਸ ਨਿਕਲਣਗੀਆਂ, ਲੇਕਿਨ ਤੁਸੀਂ ਲੇਟ ਨਾ ਹੋਵੋ। 10, 10:30 ਤੋਂ ਪਹਿਲੇ ਉੱਥੇ ਪਹੁੰਚ ਜਾਓ ਤਾਂ ਕਿ ਤੁਸੀਂ ਸਿਟੀ ਦੇ ਵਿੱਚ ਟਾਈਮ ਸਿਰ ਪਹੁੰਚ ਸਕੋ। ਇਹ ਪਰੇਡ ਨੂੰ ਅਸੀਂ ਕੋਰਸ ਜਸ ਪੰਜਾਬੀ ਤੇ ਪੂਰਾ ਦਿਨ ਲਾਈਵ ਦਿਖਾਵਾਂਗੇ। ਤੁਸੀਂ ਵੇਖ ਸਕਦੇ ਹੋ ਕਿ ਤੁਸੀਂ ਆਪ ਨਹੀਂ ਪਹੁੰਚੇ। ਅਗਰ ਤੁਸੀਂ ਆਪ ਪਹੁੰਚੇ ਹੋ ਉੱਥੇ ਪਰੇਡ ਤੇ, ਜ਼ਰੂਰ ਸਾਨੂੰ ਆ ਕੇ ਮਿਲੋ। ਜਿਸ ਤਰ੍ਹਾਂ ਕੰਗ ਸਾਹਿਬ ਕਹਿ ਰਹੇ ਸੀ, ਸਾਡਾ ਬੂਥ ਹੋਏਗਾ 26 ਅਤੇ ਮੈਡੀਸਨ ਦੇ ਕੋਨੇ ਤੇ। ਉੱਥੇ ਵੱਡਾ LED ਟਰੱਕ ਲੱਗਿਆ ਹੋਏਗਾ। ਬੱਚਿਆਂ ਨੂੰ ਲੈ ਕੇ ਆ, ਉਹਨਾਂ ਦੀ ਤਸਵੀਰਾਂ, ਉਹਨਾਂ ਦੇ ਇੰਟਰਵਿਊ ਮੈਂ ਆਪ ਕਰਾਂਗੀ। ਜ਼ਰੂਰ ਉੱਥੇ ਪਹੁੰਚੋ। ਲੰਗਰ ਦੀ ਸੇਵਾ ਹੋਏਗੀ, ਬਾਬੇ ਨਾਨਕ ਦਾ ਲੰਗਰ ਸੱਜੂਗਾ। ਇੱਕ ਵਾਰੀ ਫਿਰ 118 ਗੁਰਦੁਆਰਾ ਸਾਹਿਬ ਸਿੱਖ ਕਲਚਰਲ ਸੁਸਾਇਟੀ ਦੀ ਮੈਨੇਜਮੈਂਟ ਟੀਮ ਨੂੰ, ਲੀਡਰਸ਼ਿਪ ਟੀਮ ਨੂੰ, ਕੰਗ ਸਾਹਿਬ, ਤੁਸੀਂ, ਢਿੱਲੋਂ ਸਾਹਿਬ ਤੇ ਸਾਰੇ ਜੋ ਸਾਡੇ ਅੱਜ ਬੁਲਾਰੇ ਇੱਥੇ ਪਹੁੰਚੇ ਹੈ ਤੇ ਜੋ ਨਹੀਂ ਵੀ ਪਹੁੰਚ ਸਕੇ ਬਿਕੋਜ਼ ਤਿਆਰੀਆਂ ਚੱਲ ਰਹੀਆਂ, ਸਾਰਿਆਂ ਨੂੰ ਅਸੀਂ ਇੱਕ ਵਾਰੀ ਫਿਰ ਹਾਰਟਫੈਲਟ ਅਪਰੀਸ਼ੀਏਸ਼ਨ, ਧੰਨਵਾਦ ਕਰਦੇ ਹਾਂ। ਇੰਨੀ ਮਿਹਨਤ ਦੇ ਨਾਲ ਇਹ ਇਵੈਂਟ ਇੱਕ ਵਾਰੀ ਫਿਰ ਅੱਗੇ ਵਧ ਰਿਹਾ। ਅਸੀਂ ਬਹੁਤ ਐਕਸਾਈਟਿਡ ਹਾਂ ਤੇ ਹੁਣ ਸਾਨੂੰ ਸਾਰਿਆਂ ਨੂੰ ਫਤਿਹ, ਮੈਂ ਇੱਕ ਵਾਰੀ ਫਿਰ ਕਹਾਂਗੀ, ਗੱਜ ਕੇ ਫਤਿਹ ਬੁਲਾਓ। ਸੈਟਰਡੇ ਨੂੰ ਮਿਲਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।